Shri Nanak Pad Pankaj Dandan Pad Pankaj Bandana Simaro Angad Dukh Nikandana Amar Das Gur Hriday Diyav Ramdas Gun Gav Shri Arjuna Vignan Ke Nashak Vignan Ke Nashak Har Gobind Subh Samat Prakashak Shri Har Rai Namaskar Jori Namaskar Jori Gaur Har Krishna Manaye Vihori Tej Bahadur Param Kirpala Param Kirpala Shri Guru Gobind Singh Visala Taro Tara Par Pona Pona Sisa Pona Pona Sisa Bar Bar Jagdisa Jisan Amrit Gyan Hai Nanak Bhagat Virag Guru Granth Sahib Bodhat Banta Par Anurag कहाँ पुष्प बुद्ध हमारी बन सके मन मंज तुम्हारी हम न सकत कर सिफत तुम्हारी आप ले हो तुम कथा सुधारी हम न सकत कर सिफत तुम्हारी आप ले हो तुम कथा सुधारी पतक पावन भगत वशल कृपा निधान अनंता दे सागर मेरी पीरी दे मालक साहिब श्री गुरु हरगोबिंद साहिब जियां दे पावन और पवित्र स्थान के उपर साहिब श्री गुरु ग्रंथ साहिब जियां दे चरण परस रही गुरु रूप गुरु खालसा साध संगत जी सतगुरां की अपार कृपा बख्शिश रहमत दा सदका सत संगत दियां अमोलक घड़ियां सतगुरां द्वारा बख्शिश होईयां ने आओ गुर इतिहास की आरंभता तो पहला गुरदेव सतगुरां द्वारा बख्शिश की गई फतेह दोहराइए आज्ञा पाइए आखिए जी वाहिगुरु जी का खालसा वाहिगुरु जी की फतेह। धन साहिब श्री गुरु नानक देव जी महाराज हरिद्वार की धरती के उपर गंगा के किनारे विराजे हुए ने महाराज। उतों के जो ब्राह्मण लोग ने सन्यासी लोग आदि उन्होंने ताई सतगुरां ने उपदेश बख्शिश किया है कि जिन्ना समा मन के अंदर मैल है मन मलीन है उन्ना समा तन जिन्ना मर्जी धो लवो परमेश्वर को प्रवान नहीं होना। जिन्ना समा हृदय अंदर कपट है शर है धोखा है उन्ना समा परमेश्वर को मनुख नहीं पाता। इस प्रकार महाराज सच का उपदेश लेकर के गंगा तो अगे गए
ਜਿੱਥੇ ਸ਼੍ਰੀ ਕ੍ਰਿਸ਼ਨ ਜੀਆਂ ਦਾ ਅਵਤਾਰ ਹੋਇਆ ਹੈ ਮਾਂ ਯਸ਼ੋਦਾ ਦੇ ਘਰ, ਉੱਥੇ ਮਹਾਰਾਜ ਜਮਨਾ ਦੇ ਕਿਨਾਰੇ ਪਹੁੰਚੇ ਨੇ ਤੇ ਜਮਨਾ ਦੇ ਕਿਨਾਰੇ ਇੱਕ ਬੜਾ ਵੱਡਾ ਪਹਾੜ ਹੈ। ਭਾਈ ਮਰਦਾਨਾ ਜੀਆਂ ਨੇ ਜਾ ਕਰਕੇ 4 ਚੁਫੇਰਾ ਵੇਖਿਆ ਹੈ, ਕੋਈ ਹੋਰ ਪਹਾੜ ਨਜ਼ਰ ਨਹੀਂ ਆਇਆ। ਇੱਕੋ ਪਹਾੜ ਨਜ਼ਰ ਆਇਆ ਹੈ ਤੇ ਭਾਈ ਮਰਦਾਨਾ ਜੀਆਂ ਨੇ ਬੇਨਤੀ ਕੀਤੀ ਕਿ ਗੁਰਦੇਵ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ, ਇੱਥੇ ਇੱਕੋ ਹੀ ਪਹਾੜ ਵਿਰਾਜਦਾ ਹੈ, ਹੋਰ ਕੋਈ ਪਹਾੜ ਨਜ਼ਰ ਨਹੀਂ ਆਉਂਦਾ। ਇਹਦੇ ਬਾਰੇ ਦੱਸੋ, ਇਹ ਕਾਰਨ ਕੀ ਹੈ? ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਣ ਲੱਗੇ ਕਿ ਜਿਸ ਸਮੇਂ ਦੁਆਪਰ ਯੁੱਗ ਦੇ ਅਵਤਾਰ ਸ਼੍ਰੀ ਰਾਮਚੰਦਰ ਜੀ ਇੱਥੇ ਪੁਲ ਬਣ ਰਹੇ ਸਨ ਨਾ ਲੰਕਾ, ਤੇ ਸਾਰੇ ਸੇਵਾਦਾਰ ਜੋ ਸ਼੍ਰੀ ਰਾਮ ਜੀਆਂ ਦੇ ਸਨ, ਉਹ ਪੱਥਰ ਲਿਆਉਣ ਦੀ, ਪਹਾੜ ਲਿਆਉਣ ਦੀ ਸੇਵਾ ਕਰ ਰਹੇ ਸਨ। ਤੇ ਉਹਨਾਂ ਸੇਵਾਦਾਰਾਂ ਦੇ ਵਿੱਚੋਂ ਬੜਾ ਬਲੀ ਯੋਧਾ, ਬੜਾ ਜਤੀ ਸਤੀ ਸ਼੍ਰੀ ਹਨੂਮਾਨ ਜੀ, ਉਹ ਵੀ ਇਸ ਪਹਾੜ ਨੂੰ ਲੈਣ ਵਾਸਤੇ ਗਿਆ ਤੇ ਪਹਾੜ ਨੇ ਬੇਨਤੀ ਕੀਤੀ ਕਿ ਵੇਖੋ ਹਨੂਮਾਨ ਜੀ, ਮੇਰੀ ਬੇਨਤੀ ਹੈ, ਮੈਨੂੰ ਇੱਥੋਂ ਨਾ ਚੱਕੋ, ਮੈਨੂੰ ਟਿਕਿਆ ਰਹਿਣ ਦਿਓ। ਜੇਕਰ ਤੁਸੀਂ ਚੱਕਣਾ ਹੀ ਹੈ ਤੇ ਫਿਰ ਮੇਰੇ ਨਾਲ ਵਾਅਦਾ ਕਰੋ, ਮੈਨੂੰ ਉੱਥੇ ਜਾ ਕੇ ਰੱਖਿਓ ਜਿੱਥੇ ਸ਼੍ਰੀ ਰਾਮਚੰਦਰ ਜੀਆਂ ਦੇ ਚਰਨ ਟਿਕੇ ਹੋਣ, ਜਿਸ ਧਰਤੀ ਦੇ ਉੱਪਰ ਸ਼੍ਰੀ ਰਾਮਚੰਦਰ ਜੀਆਂ ਨੇ ਚਰਨ ਪਾਏ ਹੋਣ। ਇਹ ਵਾਅਦਾ ਕਰਕੇ ਹਨੂਮਾਨ ਜੀ ਉਸ ਪਹਾੜ ਨੂੰ ਚੱਕੀ ਲਿਆਉਂਦੇ ਸਨ ਤੇ ਇੰਨੇ ਕੁ ਸਮੇਂ ਨੂੰ ਜਿਹੜਾ ਪੁਲ ਬਣਾ ਹੋਇਆ ਸਨ ਨਾ, ਉਹ ਸੰਪੂਰਨ ਹੋ ਚੁੱਕਾ ਸੀ। ਹੋਰ ਪੱਥਰਾਂ ਦੀ ਲੋੜ ਨਹੀਂ ਸੀ ਤੇ ਰਾਮਚੰਦਰ ਜੀ ਉਹਨਾਂ ਨੇ ਹੁਕਮ ਕੀਤਾ ਆਪਣੇ ਸੇਵਾਦਾਰਾਂ ਦਾ ਹੀ, ਭਾਈ ਜਿੱਥੇ ਜਿੱਥੇ ਵੀ ਜਿਸ ਹੱਥ ਵਿੱਚ ਪੱਥਰ ਹੈ ਉੱਥੇ ਉੱਥੇ ਰੱਖਿਆ ਹੋ, ਹੁਣ ਹੋਰ ਪੱਥਰਾਂ ਦੀ ਲੋੜ ਨਹੀਂ। ਤੇ ਭਗਵਾਨ ਦਾ ਹੁਕਮ ਕੋਈ ਟਾਲ ਨਹੀਂ ਸਕਦਾ ਸੀ, ਉਲੰਘਣਾ ਨਹੀਂ ਕਰ ਸਕਦਾ ਸੀ। ਤੇ ਸ਼੍ਰੀ ਹਨੂਮਾਨ ਜੀ ਉਦੋਂ ਇਸ ਜਮਨਾ ਦੇ ਕਿਨਾਰੇ ਇਸ ਪਹਾੜ ਨੂੰ ਲੈ ਕੇ ਪਹੁੰਚ ਚੁੱਕੇ ਸਨ। ਹੁਕਮ ਹੋਇਆ ਹੈ ਸਮੇਂ ਦੇ ਅਵਤਾਰ ਦਾ, ਜਿਹਦੇ ਨਾਲ ਸ਼੍ਰੀ ਹਨੂਮਾਨ ਜੀਆਂ ਨੂੰ ਭਗਤਾਂ ਦਾ ਪਿਆਰ ਸੀ, ਸਤਿਕਾਰ ਵਜੋਂ ਇਹ ਪਹਾੜ ਇੱਥੇ ਰੱਖ ਦਿੱਤਾ ਤੇ ਆਪ ਵੀ ਇੱਥੇ ਬੈਠ ਗਏ। ਜਦੋਂ ਸਾਰੇ ਸੇਵਾਦਾਰ ਸ਼੍ਰੀ ਰਾਮਚੰਦਰ ਜੀਆਂ ਦੇ ਦਰਬਾਰ ਅੰਦਰ ਪਹੁੰਚੇ ਨੇ ਤੇ ਆਪਣੀ ਨਿਗਾਹ ਦੇ ਨਾਲ ਸਾਰੀ ਸੰਗਤ ਨੂੰ ਨਿਹਾਰਿਆ ਹੈ ਤੇ ਸ਼੍ਰੀ ਰਾਮ ਜੀਆਂ ਨੇ ਪੁੱਛਣਾ ਕੀਤਾ ਹੈ, ਭਾਈ ਸਾਡਾ ਯੋਧਾ ਕਿਤੇ ਹਨੂਮਾਨ ਨਜ਼ਰ ਨਹੀਂ ਆਉਂਦਾ। ਨਾਲ ਦਿਆਂ ਸਾਥੀਆਂ ਨੇ ਦੱਸਿਆ, ਮਹਾਰਾਜ ਉਹ ਪਹਾੜ ਚੱਕ ਕੇ ਲਿਆਉਂਦਾ ਸੀ ਤੇ ਆਪ ਜੀਆਂ ਨੇ ਹੁਕਮ ਕਰ ਦਿੱਤਾ ਹੈ ਕਿ ਜਿੱਥੇ ਜਿੱਥੇ ਵੀ ਹੋ ਉੱਥੇ ਜਿੱਥੇ ਪਹਾੜ ਪੱਥਰ ਰੱਖਿਆ ਉਹ ਹੋਰ ਲੋੜ ਨਹੀਂ। ਤੇ ਉਸ ਨੇ ਪਹਾੜ ਨਾਲ ਵਾਅਦਾ ਕੀਤਾ ਸੀ ਕਿ ਤੁਹਾਨੂੰ ਉੱਥੇ ਰੱਖਾਂਗਾ ਜਿੱਥੇ ਸ਼੍ਰੀ ਰਾਮਚੰਦਰ ਜੀਆਂ ਦੇ ਚਰਨ ਪਏ ਹੋਣਗੇ, ਜਿਹੜੀ ਧਰਤੀ ਸ਼੍ਰੀ ਰਾਮਚੰਦਰ ਜੀਆਂ ਦੇ ਚਰਨ ਛੋਹ ਹੋਵੇਗੀ। ਮਹਾਰਾਜ ਹੁਣ ਜੇਕਰ ਉਹ ਪਹਾੜ ਨੂੰ ਛੱਡ ਕੇ ਆਉਂਦਾ ਹੈ ਤੇ ਝੂਠਾ ਪੈਂਦਾ ਹੈ, ਪਹਾੜ ਨੂੰ ਲੈ ਕੇ ਆਉਂਦਾ ਹੈ ਤੇ ਆਪ ਜੀਆਂ ਦੇ ਬਚਨਾਂ ਦੀ ਉਲੰਘਣਾ ਹੁੰਦੀ ਹੈ। ਤੇ ਉਸੇ ਸਮੇਂ ਸ਼੍ਰੀ ਰਾਮਚੰਦਰ ਜੀਆਂ ਨੇ ਇਸ ਪ੍ਰਕਾਰ ਬਚਨ ਕੀਤੇ ਕਿ ਜਾਓ ਸਾਡੇ ਪਿਆਰੇ ਹਨੂਮਾਨ ਨੂੰ ਕਹਿ ਦੇਵੋ ਜਾ ਕੇ ਕਿ ਅਸੀਂ ਤ੍ਰੇਤੇ ਯੁੱਗ ਦੇ ਵਿੱਚ ਕ੍ਰਿਸ਼ਨ ਅਵਤਾਰ ਹੋ ਕੇ ਆਵਾਂਗੇ ਤੇ ਇਸ ਪਹਾੜ ਦੇ ਉੱਪਰ ਆਪਣਾ ਬਚਪਨ ਬਤੀਤ ਕਰਾਂਗੇ, ਆਪਣੀ ਜਵਾਨੀ ਬਤੀਤ ਕਰਾਂਗੇ, ਗਊਆਂ ਚਰਾਵਾਂਗੇ, ਬਹੁਤਾ ਆਨੰਦ ਮਾਣਾਂਗੇ। ਜਦੋਂ ਇਸ ਪ੍ਰਕਾਰ ਬਾਨਰ ਸੈਨਾ ਦਾ ਇੱਕ ਮਨੁੱਖ ਨੇ ਜਾ ਕਰਕੇ ਇਹ ਸਾਰੀ ਵਾਰਤਾ ਸ਼੍ਰੀ ਹਨੂਮਾਨ ਜੀਆਂ ਨੂੰ ਦੱਸੀ ਹੈ, ਫਿਰ ਸ਼੍ਰੀ ਹਨੂਮਾਨ ਜੀ ਇਸ ਪਹਾੜ ਨੂੰ ਜਮਨਾ ਦੇ ਕਿਨਾਰੇ ਛੱਡ ਕੇ ਸ਼੍ਰੀ ਰਾਮਚੰਦਰ ਜੀਆਂ ਕੋਲ ਚਲੇ ਗਏ ਸਨ। ਭਾਈ ਮਰਦਾਨਾ ਜੀ ਇਹ ਉਦੋਂ ਦਾ ਪਹਾੜ ਇੱਥੇ ਵਿਰਾਜ ਰਿਹਾ ਹੈ ਤੇ ਸਮੇਂ ਦੇ ਅਵਤਾਰ ਸ਼੍ਰੀ ਕ੍ਰਿਸ਼ਨ ਜੀਆਂ ਨੇ ਇੱਥੇ ਬੜੀਆਂ ਕਲੋਲਾਂ ਕੀਤੀਆਂ ਨੇ, ਬੜੇ ਬਚਪਨ ਦੇ ਖੇਡ ਖੇਡੇ। ਇਸ ਪ੍ਰਕਾਰ ਮਹਾਰਾਜ ਭਾਈ ਮਰਦਾਨੇ ਦਾ ਇਹ ਕਥਾ ਸੁਣਾ ਰਹੇ ਨੇ। ਇੱਥੋਂ ਤੱਕ ਕੱਲ ਦੀਆਂ ਕਥਾ ਵਿਚਾਰਾਂ ਆਈਆਂ ਸਨ। ਆਓ ਜਿਸ ਪ੍ਰਕਾਰ ਅੱਗੇ ਗੁਰ ਇਤਿਹਾਸ ਆਉਂਦਾ ਹੈ, ਮਨ ਚਿੱਤ ਬਿਰਤੀਆਂ ਇਕਾਗਰ ਕਰੀਏ, ਸ਼ਰਧਾ ਭਾਵਨਾ ਦੇ ਨਾਲ ਗੁਰੂ ਦਾ ਪੂਰਨ ਗੁਰ ਇਤਿਹਾਸ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਕਾਲੰਦਰੀ ਤਖਤ ਸ੍ਰੀ ਗੁਰੂ। ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਮਨਾ ਦੇ ਕਿਨਾਰੇ ਉਸ ਪਹਾੜ ਦੇ ਨਜ਼ਦੀਕ ਵਿਰਾਜੇ ਹੋਏ ਨੇ ਤੇ ਭਾਈ ਮਰਦਾਨੇ ਤਾਈ ਇਹ ਸਾਰਾ ਇਤਿਹਾਸ ਸੁਣਾਉਂਦੇ ਹਨ ਜੀ। ਬੈਠੇ ਸਰਬ ਸਦਾਏ। ਮਹਾਰਾਜ ਜੀਆਂ ਨੇ ਭਾਈ ਮਰਦਾਨੇ ਨੇ ਜੋ ਸਵਾਲ ਕੀਤਾ ਸੀ ਉਹ ਸਾਰੀ ਵਾਰਤਾਲਾਪ ਸੁਣਾਉਣਾ ਕੀਤੀ ਹੈ। ਮਰਦਾਨਾ ਹਰਕਤ ਭਾਇਓ। ਤੇ ਭਾਈ ਮਰਦਾਨਾ ਜੀ ਸਤਿਗੁਰਾਂ ਦੇ ਮੁਖੋਂ ਐਸਾ ਪਵਿੱਤਰ ਇਤਿਹਾਸ ਸੁਣ ਕਰਕੇ ਬੜਾ ਪ੍ਰਸੰਨ ਹੋਏ ਨੇ। ਫੇਰ ਪ੍ਰਸੰਗ ਕੋ ਪਾਏ। ਇਸ ਪ੍ਰਕਾਰ ਜਦੋਂ ਪਹਾੜ ਦਾ ਸਾਰਾ ਪ੍ਰਸੰਗ ਸਾਰੀ ਕਥਾ ਸੁਣੀ ਹੈ ਭਾਈ ਮਰਦਾਨਾ ਜੀ ਬੜੇ ਖੁਸ਼ ਹੋਏ ਨੇ। ਜੋ ਪਈ ਤਹ ਸਥਾਨ ਮੇਲਾ ਤੋਂ ਭਾਰੀ। ਇਸ ਪ੍ਰਕਾਰ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜਮਨਾ ਦੇ ਕਿਨਾਰੇ ਗਏ ਨੇ ਉਸ ਵਕਤ ਸਾਉਣ ਦਾ ਮਹੀਨਾ ਚੱਲ ਰਿਹਾ ਸੀ। ਸੰਤ ਵੇਖੋ ਸਤਿਗੁਰਾਂ ਦੀ ਕੈਸੀ ਕਿਰਪਾ ਹੈ। ਸਾਉਣ ਦੇ ਮਹੀਨੇ ਦਾ ਜੋ ਪ੍ਰਸੰਗ ਹੈ ਮਹਾਰਾਜ ਜੀਆਂ ਨੇ ਸਾਉਣ ਦੇ ਮਹੀਨੇ ਅੰਦਰ ਹੀ ਬਖਸ਼ਿਸ਼ ਕੀਤਾ। ਐਸਾ ਮੇਲ ਹੋ ਜਾਣਾ ਕਥਾ ਦਾ ਔਰ ਸਮੇਂ ਦਾ ਇਹ ਬੜੀ ਸਤਿਗੁਰਾਂ ਦੀ ਕਿਰਪਾ ਹੈ, ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਸਾਵਣ ਮਹੀਨੇ ਅੰਦਰ ਉਸ ਪਹਾੜ ਦੇ ਕੋਲ ਵਿਰਾਜੇ ਹੋਏ ਨੇ ਜਿੱਥੇ ਸਾਉਣ ਮਹੀਨੇ ਦੇ ਵਿੱਚ ਅੱਜ ਵੀ ਬੜਾ ਭਾਰੀ ਮੇਲਾ ਭਰਦਾ ਹੈ। ਆਏ ਨਰ ਨਾਰੀ। ਇਸ ਪ੍ਰਕਾਰ ਵਿਸ਼ੇਸ਼ ਮੇਲੇ ਨੂੰ ਵੇਖਣ ਦੇ ਵਾਸਤੇ ਦੂਰ ਦਰੇਡਿਆਂ ਤੋਂ ਜਿਹੜੇ ਔਰਤਾਂ ਔਰ ਮਰਦ ਚੱਲ ਕੇ ਆਉਂਦੇ ਨੇ। ਬ੍ਰਹਮਚਾਰੀ ਬੈਰਾਗੀ ਜਤੀ। ਜਿੰਨੇ ਵੀ ਬ੍ਰਹਮਚਾਰੀ ਹਨ ਬੈਰਾਗੀ ਹਨ ਜਤੀ ਸਤੀ ਹਨ ਜੀ। ਬਹੁਤ ਵੈਸ਼ਨੋ ਨਿਸਕਟ ਸਤੀ। ਤੇ ਜਿਹੜੇ ਵੈਸ਼ਨੋ ਹਨ ਸਤੀ ਹਨ ਦਿਗੰਬਰ ਜੋਗੀ ਆਦਿਕ ਹਨ ਸਾਰੇ ਹੀ ਉੱਥੇ ਚੱਲ ਕੇ ਆਏ ਨੇ ਜਿੱਥੇ ਮਹਾਰਾਜ ਵਿਰਾਜੇ ਨੇ। ਤਪੀ ਔਰ ਸੰਨਿਆਸੀ ਆਏ। ਜਿਹੜੇ ਬਹੁਤੇ ਤਪ ਕਰਨ ਵਾਲੇ ਕਸ਼ਟ ਯੋਗ ਕਰਨ ਵਾਲੇ ਔਰ ਸੰਨਿਆਸੀ ਮਤ ਨਾਲ ਸੰਬੰਧ ਰੱਖਣ ਵਾਲੇ ਸਾਰੇ ਹੀ ਉੱਥੇ ਪਹੁੰਚੇ ਨੇ। ਲਿਖੇ ਨਰ ਪਹੁੰਚ ਸਫਾਏ। ਇਸ ਪ੍ਰਕਾਰ ਉਸ ਪਹਾੜ ਦੇ ਉੱਪਰ ਚੜ੍ਹਦੇ ਹੋਏ ਜਿਹੜੇ ਮਨੁੱਖ ਸੋਭ ਰਹੇ ਨੇ। ਸ੍ਰੀ ਗੁਰੂ ਨਾਨਕ ਅੰਤਰਜਾਮੀ। ਤੇ ਅੰਤਰਜਾਮੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਈ ਹੋਈ ਸੰਗਤ ਦੇ ਮਨਾਂ ਦੀ ਸਾਰੀ ਵਾਰਤਾ ਜਾਣਦੇ ਨੇ। ਸਭ ਘਟ ਕੀ ਜਾਣਤ ਭੇ ਸੁਆਮੀ। ਸੁਆਮੀ ਨਾਨਕ ਗੁਰੂ ਨਾਨਕ ਦੇਵ ਜੀ ਘਟ ਘਟ ਕੇ ਅੰਤਰ ਕੀ ਜਾਣਤ। ਅੰਧ ਧੁੰਦ ਵਾਕਿਆ ਜਗ ਮਾਹੀ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਭਾਈ ਮਰਦਾਨਾ ਜੀ ਅਖੰਡ ਦਾ ਅਗਿਆਨ ਦਾ ਕਰਮ ਕਾਂਡਾਂ ਦਾ ਵਿਕਾਰਾਂ ਦਾ ਭਾਰੀ ਹਨੇਰਾ ਹੈ ਭਾਰੀ ਧੁੰਦ ਹੈ ਕਲਯੁਗ ਦੇ ਸਮੇਂ ਅੰਦਰ। ਸੁਧ ਆਤਮੈ ਨਰਕੋ ਨਾਹੀ। ਤੇ ਜਿੰਨੇ ਵੀ ਇਹ ਮੇਲਾ ਮਨਾਉਣ ਵਾਸਤੇ ਪਹੁੰਚੇ ਨੇ ਇਹਨਾਂ ਵਿੱਚੋਂ ਕਿਸੇ ਦੀ ਆਤਮਾ ਸ਼ੁੱਧ ਨਹੀਂ ਹੈ। ਭਵ ਬੰਧਨ ਕੇ ਬਾਂਧੇ ਸਭੀ। ਸਾਰੇ ਹੀ ਇਹ ਲੋਕ ਸੰਸਾਰ ਦੇ ਬੰਧਨਾਂ ਦੇ ਵਿੱਚ ਵਿਕਾਰਾਂ ਦੇ ਵਿੱਚ ਬੱਝੇ ਹੋਏ ਨੇ। ਸ਼ੁਕਰਨ ਹੋਏ ਨਾ ਤਨ ਕੋ ਕਬਹੀ। ਤੇ ਕਦੇ ਵੀ ਇਹਨਾਂ ਦਾ ਜਿਹੜਾ ਤਨ ਸਰੀਰ ਹੈ ਵਿਕਾਰਾਂ ਦਾ ਖਹਿੜਾ ਛੱਡਦਾ ਹੀ ਨਹੀਂ, ਵਿਕਾਰਾਂ ਤੋਂ ਛੁੱਟਦਾ ਹੀ ਨਹੀਂ। ਕਾਮ ਕ੍ਰੋਧ ਲੋਭ ਅਹੰਕਾਰ। ਜਿੰਨੇ ਵੀ ਕਾਮ ਕ੍ਰੋਧ ਲੋਭ ਅਹੰਕਾਰ ਹਨ ਇਨ ਮਹਿ ਵਰਤਿਆ ਮੋਹ ਗੁਬਾਰਾ। ਇਹਨਾਂ ਲੋਕਾਂ ਦੇ ਅੰਦਰ ਮੋਹ ਭਾਰੀ ਮਾਤਰਾ ਵਿੱਚ ਵਰਤ ਰਿਹਾ ਹੈ। ਬਾਸਰ ਮੈਂ ਧਨ ਦੰਭ ਅਨੇਕਾ। ਇਸ ਪ੍ਰਕਾਰ ਕੇ ਸਾਰਾ ਸਾਰਾ ਦਿਨ ਆਪਣਾ ਕਰਮ ਕਾਂਡਾਂ ਪਖੰਡਾਂ ਦੇ ਅੰਦਰ ਬਤੀਤ ਕਰਦੇ ਨੇ। ਬਾਤ ਬਣਾਏ ਸੁਣਾਏ ਬਵੇਕਾ। ਇਸ ਪ੍ਰਕਾਰ ਲੋਕਾਂ ਤਾਈਂ ਇਹ ਦੱਸਦੇ ਨੇ ਆਪਣੀਆਂ ਗੱਲਾਂ ਨੂੰ ਆਪਣੇ ਜੀਵਨ ਨੂੰ ਪਰਮੇਸ਼ਰ ਦਾ ਰੱਤੀ ਪਰ ਡਰ ਨਹੀਂ ਮੰਨਦੇ। ਸਾਰਾ ਦਿਨ ਵਿਕਾਰ ਭੋਗਦੇ ਨੇ ਤੇ ਆਪਣੇ ਆਪ ਨੂੰ ਸ਼ੁੱਧ ਆਤਮਾ ਦੱਸਦੇ ਨੇ। ਲੋਭ ਲਹਿਰ ਮਹਿ ਕੋਤੇ ਖਾਵਤ। ਭਾਈ ਮਰਦਾਨਾ ਜੀ ਜਿੰਨੀ ਵੀ ਇੱਥੇ ਸੰਗਤ ਪਹੁੰਚੀ ਹੈ ਨਾ
ਇਹ ਸਾਰੀ ਲੋਭ ਲਾਲਚ ਦੀਆਂ ਲਹਿਰਾਂ ਵਿੱਚ ਗੋਤੇ ਖਾਂਦੀ ਹੈ ਬਹੁਤ ਪਖੰਡ ਕਰ ਨਨ ਦਿਖਾਵਤ ਤੇ ਬਹੁਤਾ ਪਖੰਡ ਕਰਕੇ ਇਹ ਵਿਖਾਉਂਦੇ ਨੇ ਜਾਮਨ ਮਹਿ ਕੋ ਕਰਮ ਅਸ ਕਰਹੀ ਇਸ ਪ੍ਰਕਾਰ ਐਸੇ ਸ਼ੁਭ ਦਿਨਾਂ ਦੇ ਉੱਪਰ ਜਦੋਂ ਅਵਤਾਰੀ ਪੁਰਸ਼ਾਂ ਦੇ ਸ਼ੁਭ ਦਿਨ ਆਉਂਦੇ ਨੇ ਉਦੋਂ ਵੀ ਇਹ ਕਰਮ ਕਾਂਡ ਕਰਦੇ ਨੇ ਕ੍ਰਿਸ਼ਨ ਰਾਤ ਕਾ ਵੇਖਣ ਧਰਮੀ ਵੇਖੋ ਸ਼੍ਰੀ ਕ੍ਰਿਸ਼ਨ ਜੀ ਸਮੇਂ ਦੇ ਅਵਤਾਰ ਨੇ ਉਹਨਾਂ ਦੇ ਘਰੋਂ ਜੋ ਮਾਤਾ ਰਾਧਾ ਜੀ ਹਨ ਉਹ ਵੀ ਸਮੇਂ ਦੇ ਅਵਤਾਰ ਨੇ ਇਸ ਪ੍ਰਕਾਰ ਅਵਤਾਰੀ ਪੁਰਸ਼ਾਂ ਦਾ ਇਹ ਭੇਸ ਧਾਰਨ ਕਰਦੇ ਸੰਸਾਰ ਦੇ ਉੱਪਰ ਸੰਗਤ ਜੀ ਤਮਾਮ ਧਰਮ ਹਨ ਸਾਰੇ ਹੀ ਆਪਣੇ ਸ਼ੁਭ ਦਿਹਾੜੇ ਗੁਰਪੁਰਬ ਆਦਿਕ ਮਨਾਉਂਦੇ ਨੇ ਇੱਕੋ ਇੱਕ ਸਿੱਖ ਧਰਮ ਹੈ ਜਿਹਦੇ ਅੰਦਰ ਗੁਰਪੁਰਬਾਂ ਦੇ ਉੱਪਰ ਸਤ ਸੰਗਤ ਕੀਤੀ ਜਾਂਦੀ ਹੈ ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਨੇ ਗੁਰਬਾਣੀ ਦੇ ਪ੍ਰਵਾਹ ਚੱਲਦੇ ਨੇ ਤੇ ਨਹੀਂ ਜਿਹੜੇ ਹੋਰ ਧਰਮ ਹਨ ਆਪਣੇ ਅਵਤਾਰਾਂ ਭਗਵਾਨਾਂ ਦਾ ਭੇਦ ਧਾਰਨ ਕਰਦੇ ਨੇ ਕੁਆਰੀਆਂ ਕੁੜੀਆਂ ਰਾਧਾ ਬਣ ਜਾਂਦੀਆਂ ਨੇ ਕੁਆਰੇ ਮੁੰਡੇ ਸ਼੍ਰੀ ਕ੍ਰਿਸ਼ਨ ਜੀ ਬਣ ਜਾਂਦੇ ਨੇ ਕੋਈ ਸਿਰ ਉੱਪਰ ਨਕਲੀ ਜਟਾਂ ਲਾ ਕਰਕੇ ਨਕਲੀ ਸੱਪ ਪਾ ਕਰਕੇ ਸ਼ਿਵ ਜੀ ਅਵਤਾਰ ਬਣ ਜਾਂਦਾ ਹੈ ਕੋਈ ਸ਼੍ਰੀ ਰਾਮ ਚੰਦਰ ਬਣ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜਿਨ੍ਹਾਂ ਦਾ ਸਾਰਾ ਜੀਵਨ ਵਿਕਾਰਾਂ ਦੇ ਅੰਦਰ ਝੂਠ ਲਾਲਚਾਂ ਦੇ ਅੰਦਰ ਬਤੀਤ ਹੋਇਆ ਹੁੰਦਾ ਹੈ ਜਦੋਂ ਐਸੇ ਪੁਰਬ ਆਉਂਦੇ ਨੇ ਤੇ ਸ਼੍ਰੀ ਕ੍ਰਿਸ਼ਨ ਜੀ ਤੇ ਰਾਧਾ ਜੀਆਂ ਦਾ ਇਸ ਪ੍ਰਕਾਰ ਭੇਖ ਬਣਾਉਂਦੇ ਨੇ ਸਵਾਗਤ ਧਾਰਦੇ ਹਨ ਜੀ ਸਿਸ ਕੁਮਾਰ ਨਾਰੀ ਧਰ ਵੇਖੇ ਇਸ ਪ੍ਰਕਾਰ ਜਿਹੜੇ ਲੜਕੇ ਹਨ ਔਰ ਲੜਕੀਆਂ ਹਨ ਐਸਾ ਭੇਖ ਬਣਾਉਂਦੇ ਨੇ ਕਰਵੇ ਨਿਰਤਕਾਰੀ ਨਰ ਦੇਖੇ ਤੇ ਫਿਰ ਉਹਨਾਂ ਵਾਂਗ ਬਚਨ ਬਲਾਸ ਕਰਦੇ ਨੇ ਉਹਨਾਂ ਵਾਂਗ ਉਹਨਾਂ ਦੀਆਂ ਸੰਗਾਂ ਲਾਉਂਦੇ ਨੇ ਬਾਲਕ ਔਰ ਅੰਗਨਾ ਦੋ ਇਸ ਪ੍ਰਕਾਰ ਜਿਹੜੇ ਬੱਚੇ ਹੁੰਦੇ ਨੇ ਔਰ ਬੀਬੀਆਂ ਹੁੰਦੀਆਂ ਨੇ ਰਾਧਾ ਕ੍ਰਿਸ਼ਨ ਸਾਂਗ ਕਰਸੋ ਇਸ ਪ੍ਰਕਾਰ ਕੋਈ ਰਾਧਾ ਬਣੀ ਹੁੰਦੀ ਹੈ ਤੇ ਕੋਈ ਕ੍ਰਿਸ਼ਨ ਬਣਿਆ ਹੁੰਦਾ ਹੈ ਨਰਮਲੀਨਾ ਬੁੱਧੀ ਬਿਨ ਦੇਖੇ ਤੇ ਜਿਹੜੇ ਐਸੀਆਂ ਰਾਸ ਲੀਲਾ ਨੂੰ ਵੇਖਣ ਆਉਂਦੇ ਨੇ ਮਹਾਰਾਜ ਕਹਿੰਦੇ ਉਹ ਵੀ ਬੁੱਧੀ ਤੋਂ ਹੀਣੇ ਹੁੰਦੇ ਨੇ ਆਪਣਿਆਂ ਭਗਵਾਨਾਂ ਦੇ ਅਵਤਾਰ ਬਣਾਏ ਜਿਹੜੇ ਆਮ ਲੋਕ ਬਣ ਜਾਂਦੇ ਨੇ ਉਸੇ ਭੇਸ ਬਣਾ ਕਰਕੇ ਤੇ ਐਸੇ ਜਿਹੜੇ ਲੋਕ ਵੇਖਦੇ ਨਾ ਇਹੋ ਜਿਹੀਆਂ ਰਾਸ ਲੀਲਾ ਰਾਮ ਲੀਲਾ ਮਹਾਰਾਜ ਕਹਿੰਦੇ ਉਹ ਵੀ ਬੁੱਧੀ ਤੋਂ ਹੀਣੇ ਨੇ ਉਪਜਾਵਤ ਤਨ ਕਾਮ ਵਸੇ ਕਹੇ ਤੇ ਐਸਿਆਂ ਮੇਲਿਆਂ ਨੂੰ ਵੇਖ ਵੇਖ ਕੇ ਭਾਵ ਭਗਤੀ ਪ੍ਰੇਮ ਪੈਦਾ ਨਹੀਂ ਹੁੰਦਾ ਬਸ ਕਾਮ ਵਾਸਨਾ ਹੀ ਵੱਧਦੀ ਹੈ ਬਾਲਕ ਪੁੰਨੇ ਮੈਂ ਅੰਗਨ ਸੰਗਾ ਇਸ ਪ੍ਰਕਾਰ ਜਿਹੜੇ ਬੱਚੇ ਹਨ ਇਸ ਪ੍ਰਕਾਰ ਜਿਹੜੇ ਲੜਕੇ ਲੜਕੀਆਂ ਆਦਿਕ ਜੋ ਵੀ ਮਰਦ ਔਰ ਇਸਤਰੀਆਂ ਆਉਂਦੇ ਨੇ ਕਹਿੰਦੇ ਡਰ ਤੋਂ ਰਹਿਤ ਹੋ ਕਰਕੇ ਸਾਰਾ ਜੀਵਨ ਬੇਕਾਰ ਭੋਗਦੇ ਨੇ ਸਾਰਾ ਜੀਵਨ ਛਲ ਕਪਟ ਕਰਦੇ ਨੇ ਤੇ ਜਦੋਂ ਐਸਾ ਸਮਾਂ ਆਉਂਦਾ ਹੈ ਕੋਈ ਭਗਵਾਨ ਕ੍ਰਿਸ਼ਨ ਬਣਿਆ ਹੁੰਦਾ ਹੈ ਕੋਈ ਭਗਵਾਨ ਸ਼ਿਵ ਜੀ ਬਣਿਆ ਹੁੰਦਾ ਹੈ ਕੋਈ ਹਨੂਮਾਨ ਬਣਿਆ ਹੁੰਦਾ ਹੈ ਜਿਹਨੇ ਸਾਰੇ ਉਮਰ ਬੇਕਾਰ ਭੋਗੇ ਨੇ ਤੇ ਬੇਕਾਰ ਭੋਗ ਕੇ ਆਇਆ ਹੁੰਦਾ ਹੈ ਤੇ ਉਹ ਹਨੂਮਾਨ ਵਰਗਾ ਜਤੀ ਬਣਿਆ ਹੁੰਦਾ ਹੈ ਮਹਾਰਾਜ ਕਹਿੰਦੇ ਐਸੇ ਇਹ ਲੋਕ ਪਖੰਡ ਕਰਦੇ ਨੇ ਸ੍ਰੀ ਨਾਨਕ ਸਭ ਜਾਣ ਕੇ ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀਆਂ ਨੇ ਉਥੋਂ ਦੀ ਸਾਰੀ ਜਿਹੜੀ ਰੀਤ ਮਰਿਆਦਾ ਜਾਣੀ ਤੇ ਉਥੋਂ ਦੇ ਜਿਹੜੇ ਲੋਕ ਸਨ ਗੁਰੂ ਨਾਨਕ ਦੇਵ ਜੀਆਂ ਕੋਲ ਆ ਕਰਕੇ ਕਹਿਣ ਲੱਗੇ ਮਹਾਰਾਜ ਆਓ ਆਪ ਜੀ ਵੀ ਰਾਸ ਲੀਲਾ ਦੇ ਵਿੱਚ ਸ਼ਾਮਲ ਹੋ ਤੇ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਭਾਈ ਨੱਚਣ ਕੁੱਦਣ ਮਨ ਕਾ ਚਾਹੁ ਜਿਹੜੇ ਤੁਸੀਂ ਇਹ ਭੰਗੜੇ ਪਾਉਣੇ ਆ ਨਾ ਨੱਚਦੇ ਆ ਇਹ ਤਾਂ ਤੁਸੀਂ ਆਪਣੇ ਮਨ ਦੀ ਖੁਸ਼ੀ ਵਾਸਤੇ ਨੱਚਣਾ ਤੇ ਅੰਮ੍ਰਿਤ ਵੇਲੇ ਸਾਂਭਣ ਵੇਲੇ ਤੁਸੀਂ ਮੁਰਦਿਆਂ ਵਾਂਗ ਪਾਏ ਹਨ ਸਾਰੀ ਰਾਤ ਨੱਚੀ ਜਾਂਦੇ ਜਦੋਂ ਐਸੇ ਪਰਮੇਸ਼ਰ ਦੀ ਬੰਦਗੀ ਕਰਨੀ ਹੁੰਦੀ ਹੈ ਐਸੇ ਪਰਮੇਸ਼ਰ ਨੂੰ ਯਾਦ ਕਰਨਾ ਹੁੰਦਾ ਹੈ ਫਿਰ ਮੁਰਦਿਆਂ ਵਾਂਗ ਪਾਏ ਹੁੰਦੇ ਆ ਮਹਾਰਾਜ ਕਹਿੰਦੇ ਇਹ ਸਾਰੇ ਕਲਯੁਗ ਦੇ ਲੱਛਣ ਨੇ ਇਹ ਜਾਣ ਕਰਕੇ ਮਹਾਰਾਜ ਰਬਾਬ ਵਜਾਏ ਤੇ ਭਾਈ ਮਰਦਾਨੇ ਤਾਈਂ ਗਿਆ ਹੈ ਭਾਈ ਮਰਦਾਨਾ ਜੀ ਰਬਾਬ ਵਜਾਵੋ ਸ਼ਬਦ
ਰਾਗ ਸੋ। ਗੁਰੂ ਨਾਨਕ ਦੇਵ ਜੀਆਂ ਨੇ ਰਾਗ ਦੇ ਅੰਦਰ ਐਸਾ ਸ਼ਬਦ ਉਚਾਰਨ ਕੀਤਾ ਹੈ। ਰਾਮ ਕਲੀ ਮਹਿ ਗਾਏ। ਇਹ ਰਾਮ ਕਲੀ ਸੰਗਤ ਜੀ ਇਹ ਰਾਗਣੀ ਹੈ। ਜਿਹੜੇ ਰਾਗ ਔਰ ਰਾਗਣੀ ਜਿਵੇਂ ਸੋਰਠ ਮਹੱਲਾ ਹੁੰਦਾ ਹੈ, ਆਦਿਕ ਧਨਾਸਰੀ ਮਹੱਲਾ, ਜੈਤਸਰੀ ਮਹੱਲਾ, ਇੱਦਾਂ ਹੀ ਇਹ ਰਾਮ ਕਲੀ ਹੈ ਜਿਸ ਰਾਗਣੀ ਦੇ ਅੰਦਰ ਆਨੰਦ ਸਾਹਿਬ ਦੀ ਗੁਰਬਾਣੀ ਦਰਜ ਹੈ। ਤੇ ਮਹਾਰਾਜ ਜੀਆਂ ਨੇ ਰਾਮਕਲੀ ਰਾਗਣੀ ਦੇ ਅੰਦਰ ਸ਼ਬਦ ਉਚਾਰਨ ਕੀਤਾ ਹੈ। ਰਾਮਕਲੀ ਮਹੱਲਾ ਪਹਿਲਾ ਅਸ਼ਟਪਦੀਆ। ਰਾਮਕਲੀ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ। ਅਸ਼ਟਪਦੀਆਂ ਦਾ ਅਰਥ ਹੁੰਦਾ ਹੈ 8 ਹਿੱਸੇ। ਜਿਵੇਂ 4 ਹਿੱਸਿਆਂ ਦੇ ਵਿੱਚ ਦਿਨ ਹੁੰਦਾ ਹੈ, 4 ਪਹਿਰਾਂ ਦਾ ਦਿਨ ਹੈ ਔਰ 4 ਪਹਿਰਾਂ ਦੀ ਰਾਤਰੀ ਹੁੰਦੀ ਹੈ। 8 ਪਹਿਰਾਂ ਦਾ ਦਿਨ ਰਾਤ ਹੁੰਦਾ ਹੈ। ਇੱਦਾਂ ਮਹਾਰਾਜ 8 ਹਿੱਸਿਆਂ ਦੇ ਅੰਦਰ ਇਹ ਸ਼ਬਦ ਉਚਾਰਨ ਕਰਦੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਉਹ ਅਦਵੈਤ ਸਰੂਪ ਹੈ, ਦਵੈਤ ਤੋਂ ਰਹਿਤ। ਉਹ ਅੰਗ ਸਮੂਹ ਦਾ ਪ੍ਰਕਾਸ਼ਕ ਹੈ, ਜਿਸ ਦੇ ਅੰਦਰ 84 ਗੰਤ ਜੂਨਾਂ ਦਾ ਵਾਸਾ। ਸਤ ਨਾਸ਼ ਤੋਂ ਰਹਿਤ ਹਮੇਸ਼ਾ ਹੀ ਸਤ ਹੈ। ਗੁਰ ਚੇਤਨ ਸਰੂਪ ਹੈ, ਹਰ ਇੱਕ ਵਿੱਚ ਵਰਤ ਰਿਹਾ। ਪ੍ਰਸਾਦ ਆਨੰਦ ਸਰੂਪ ਹੈ। ਐਸੇ ਇੱਕ ਓੰਕਾਰ ਦੀ ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਹੁੰਦੀ ਹੈ। ਸੋਈ ਚੰਦ ਚੜ੍ਹੇ ਸਿਤਾਰੇ। ਇਸ ਪ੍ਰਕਾਰ ਭਾਈ ਮਰਦਾਨੇ ਨੇ ਪੁੱਛਣਾ ਕੀਤਾ, ਮਹਾਰਾਜ ਐਸਾ ਭਿਆਨਕ ਕਲਯੁਗ ਹੈ ਤੇ ਕਲਯੁਗ ਦੇ ਲੱਛਣ ਦੱਸੋ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਰਾਮਕਲੀ ਰਾਗਣੀ ਦੇ ਅੰਦਰ ਦਰਜ ਕਰਦੇ ਨੇ ਕਿ ਭਾਈ ਮਰਦਾਨਾ ਜੀ ਵੇਖੋ, ਉੱਥੋਂ ਦੇ ਲੋਕਾਂ ਤਾਈਂ ਉਪਦੇਸ਼ ਦਿੰਦੇ ਨੇ। ਸਤਿਗੁਰੂ ਕਹਿੰਦੇ ਪਹਿਲਾਂ ਤ੍ਰੇਤਾ ਯੁੱਗ ਲੰਘਿਆ, ਦੁਆਪਰ ਲੰਘਿਆ, ਸਤਿਯੁਗ ਲੰਘਿਆ। ਉਹਨਾਂ ਯੁਗਾਂ ਦੇ ਅੰਦਰ ਵੀ ਸੋਈ ਚੰਦ ਚੜ੍ਹਾ ਹੈ ਸਿਤਾਰਾ। ਭਾਈ ਉਹੀ ਚੰਦਰਮਾ ਹੈ ਜੋ ਉਹਨਾਂ ਯੁਗਾਂ ਦੇ ਵਿੱਚ ਚੜ੍ਹਦਾ ਸੀ। ਉਹੀ ਤਾਰੇ ਨੇ ਜੋ ਉਹਨਾਂ ਯੁਗਾਂ ਵਿੱਚ ਰਹਿੰਦੇ ਸਨ। ਸੋਈ ਦਿਨੀਰ ਤਪਤ ਰਹੇ। ਤੇ ਉਹੀ ਅੱਜ ਵੀ ਸੂਰਜ ਚੜ੍ਹਦਾ ਹੈ ਕਲਯੁਗ ਦੇ ਸਮੇਂ ਅੰਦਰ। ਜਿਹੜਾ ਕਿਤੇ ਸਤਿਯੁਗ ਅੰਦਰ, ਦੁਆਪਰ ਅੰਦਰ, ਤ੍ਰੇਤੇ ਅੰਦਰ ਚੜ੍ਹਦਾ ਸੀ, ਉਹੀ ਉਸ ਦੀ ਤਪਸ਼ ਹੈ। ਧਰਤੀ ਸੋ ਕੌਣ ਝੁਲਾਰੇ। ਮਹਾਰਾਜ ਕਹਿੰਦੇ ਉਹੀ ਧਰਤੀ ਹੈ, ਇਹ ਕੋਈ ਨਵੀਂ ਧਰਤੀ ਨਹੀਂ। ਇਸੇ ਧਰਤੀ ਦੇ ਉੱਪਰ ਸਤਿਯੁਗ ਲੰਘਿਆ ਹੈ, ਦੁਆਪਰ ਤ੍ਰੇਤੇ ਵਰਗੇ ਜਿਹੜੇ ਸ਼ੁਭ ਇਸ ਪ੍ਰਕਾਰ ਸਮੇਂ ਸਨ ਨਾ ਉਹ ਲੰਘੇ। ਮਹਾਰਾਜ ਕਹਿੰਦੇ ਉਹੀ ਧਰਤੀ ਹੈ, ਉਹੀ ਹਵਾ ਹੈ, ਹਵਾ ਦੇ ਉਹੀ ਬੁੱਲੇ ਆਉਂਦੇ ਨੇ। ਜਗ ਜੀਅ ਖੇਲੇ ਭਾਵ ਕੈਸੇ। ਤੇ ਪੁੱਛਣ ਲੱਗੇ ਉੱਥੋਂ ਦੇ ਲੋਕ, ਮਹਾਰਾਜ ਫਿਰ ਇਹ ਕਲਯੁਗ ਰਹਿੰਦਾ ਕਿੱਥੇ ਹੈ? ਸਤਿਗੁਰੂ ਜੀ ਕਹਿੰਦੇ ਜੁਗ ਜੀਅ ਖੇਲੇ ਥਾਵ ਕੈਸੇ। ਮਹਾਰਾਜ ਕਹਿੰਦੇ ਇਸ ਯੁੱਗ ਦੇ ਅੰਦਰ ਮਨੁੱਖਾਂ ਦੇ ਹਿਰਦਿਆਂ, ਮਨੁੱਖਾਂ ਦੇ ਮਨਾਂ ਜਿਹੜਾ ਕਲਯੁਗ ਦਾ ਵਾਸਾ ਹੈ। ਜੀਵਨ ਤਲਬ ਨਿਵਾਰ। ਤੇ ਪੁੱਛਿਆ ਮਹਾਰਾਜ ਕਲਯੁਗ ਦੇ ਅੰਦਰ ਫਿਰ ਇਹ ਕਲਯੁਗ ਦਾ ਵਾਸਾ ਜੀਵਾਂ ਦੇ ਅੰਦਰ ਵਸਿਆ ਕਿਵੇਂ? ਮਹਾਰਾਜ ਕਹਿੰਦੇ ਨੇ ਜੀਵਨ ਤਲਬ ਨਿਵਾਰ। ਜਿਹੜੇ ਪਹਿਲੇ ਲੋਕ ਸਨ, ਪੁਰਾਤਨ ਲੋਕ, ਉਹਨਾਂ ਦੇ ਮਨਾਂ ਦੇ ਅੰਦਰ ਪਰਮੇਸ਼ਰ ਦਾ ਭੈ ਹੁੰਦਾ ਸੀ। 84 ਲੱਖ ਜੂਨਾਂ ਦਾ ਜਨਮ ਮਰਨ ਦਾ ਡਰ ਹੁੰਦਾ ਸੀ। ਤੇ ਜਿਹੜਾ ਕਲਯੁਗ ਦਾ ਮਨੁੱਖ ਹੈ ਇਹ ਸਾਰੀਆਂ ਹੀ ਚੀਜ਼ਾਂ ਨਿਵਾਰ ਚੁੱਕਿਆ ਹੈ। ਪੁਰਾਤਨ ਲੋਕ ਪਰਮੇਸ਼ਰ ਨੂੰ ਮਿਲਣ ਵਾਸਤੇ ਤਲਬ ਲੱਗੀ ਰਹਿੰਦੀ ਸੀ, ਭਲ ਆਉਂਦੀ ਸੀ ਪਰਮੇਸ਼ਰ ਦੀ। ਤੇ ਜਿਹੜੇ ਕਲਯੁਗ ਦੇ ਸਮੇਂ ਦੇ ਲੋਕ ਹਨ ਇਹ ਬਿਲਕੁਲ ਹੀ ਪਰਮੇਸ਼ਰ ਨੂੰ ਮਿਲਣ ਦਾ, ਉਹਦਾ ਨਾਮ ਜਪਣ ਦਾ ਇਸ ਪ੍ਰਕਾਰ ਪ੍ਰੇਮ ਤਿਆਗ ਚੁੱਕੇ ਨੇ। ਹੋਵੇ ਪਰਵਾਨਾ ਕਰੇ ਧਿਆਨਾ। ਤੇ ਸਵਾਲ ਕੀਤਾ ਮਹਾਰਾਜ ਫਿਰ ਕਲਯੁਗ ਦੇ ਵਿੱਚ ਕੈਸੇ ਲੋਕ ਪ੍ਰਵਾਨ ਨੇ ਕਲਯੁਗ ਨੂੰ? ਤੇ ਮਹਾਰਾਜ ਕਹਿੰਦੇ ਹੋਵੇ ਪਰਵਾਨਾ, ਉਹੀ ਪ੍ਰਵਾਨ ਹੈ ਕਲਯੁਗ ਨੂੰ ਜੋ ਕਰਹਿ ਤਗਾਣਾ। ਜਿਹੜੇ ਧੱਕਾ ਕਰਦੇ, ਪਰਾਏ ਹੱਕ ਮਾਰਦੇ ਨੇ ਧੱਕੇ ਨਾਲ, ਪਰਾਇਆਂ ਦੇ ਉੱਪਰ ਕੇਸ ਪਵਾਉਂਦੇ ਨੇ ਧੱਕੇ ਦੇ ਨਾਲ, ਧੱਕੇ ਦੇ ਨਾਲ ਬਲਾਤਕਾਰ ਕੀਤੇ ਜਾਂਦੇ ਨੇ, ਜਿਹੜੇ ਐਸੇ ਕਰਮਕਾਂਡ ਕਰਦੇ ਨੇ। ਮਹਾਰਾਜ ਕਹਿੰਦੇ ਭਾਈ ਕਲਯੁਗ ਨੂੰ ਤਾਂ ਉਹੀ ਚੰਗੇ ਲੱਗਦੇ ਨੇ ਜਿਹੜੇ ਧੱਕਾ ਕਰਦੇ ਨੇ। ਬਸ ਐਸੀ ਜਿਹੜੀ ਮਲੀਨ ਮੈਲੀ ਬੁੱਧੀ ਹੋ ਚੁੱਕੀ ਹੈ ਇਹ ਸਮੇਂ ਵਿੱਚ ਆ ਕੇ ਲੋਕਾਂ ਦੀ
ਇਹੀ ਕਲਯੁਗ ਦੇ ਲੱਛਣ ਨੇ। ਐਸਿਆਂ ਲੋਕਾਂ ਦੇ ਵਰਤਾਰੇ ਵੇਖ ਕਰਕੇ ਹੁੰਦੇ ਬਲਾਤਕਾਰ, ਹੁੰਦੇ ਪਰਾਏ ਹੱਕਾਂ ਉੱਪਰ ਕਬਜ਼ੇ, ਐਸਾ ਕੁਝ ਵੇਖ ਕਰਕੇ ਮਹਾਰਾਜ ਕਹਿੰਦੇ ਕਲਯੁਗ ਆਇਆ ਹੈ, ਕਲਯੁਗ ਆਇਆ ਹੈ। ਐਸਾ ਲੋਕ ਕਹਿੰਦੇ ਨੇ। ਠਹਿਰਾਓ ਦਾ ਵਿਸ਼ਰਾਮ ਸਤਿਗੁਰੂ ਜੀ ਦੇ ਕਰਕੇ ਅੱਗੇ ਬਖਸ਼ਿਸ਼ ਕਰਦੇ ਨੇ। ਦੇਸ ਨਾ ਆਇਆ ਸੁਣੀਏ। ਜਿਹੜਾ ਰਹਾਉ ਦਾ ਸ਼ਬਦ ਹੈ ਸੰਗਤ ਜੀ, ਇਹਦੀ ਗਾਤ ਵਿਦਵਾਨ ਇਹ ਵਚਨ ਕਰਦੇ ਨੇ ਕਿ ਮਹਾਰਾਜ ਰਹਾਉ ਦਾ ਬਖਸ਼ਿਸ਼ ਸ਼ਬਦ ਤਾਂ ਬਖਸ਼ਿਸ਼ ਕਰਦੇ ਨੇ ਕਿ ਇਹ ਭਾਈ ਜੇਕਰ ਤੇਰਾ ਤਨ ਸੰਗਤ ਵਿੱਚ ਮਨ ਕਿਤੇ ਹੋਰ ਉਡਾਰੀਆਂ ਮਾਰ ਰਿਹਾ ਹੈ, ਜੇਕਰ ਪਹਿਲਿਆਂ ਸ਼ਬਦਾਂ ਦੇ ਅਰਥ ਕਥਾ ਸਮਝ ਨਹੀਂ ਲੱਗੀ, ਨਹੀਂ ਸੁਣੀ, ਮਨ ਕਿਤੇ ਹੋਰ ਸੀ, ਤੇ ਹੁਣ ਅਗਲੀਆਂ ਭਗਤੀਆਂ ਜਿਹੜੀਆਂ ਇਸ ਪ੍ਰਕਾਰ ਆਪਣੇ ਮਨ ਨੂੰ ਠਹਿਰਾਓ ਦੇ ਕਰਕੇ ਟਿਕਾ ਕਰਕੇ ਸੁਣਨਾ ਕਰ। ਮਹਾਰਾਜ ਕਹਿੰਦੇ ਕਿਤੇ ਦੇਸ਼ ਨਾ ਆਇਆ ਸੁਣੀਐ। ਜਿਹੜਾ ਇਹ ਕਲਯੁਗ ਹੈ ਇਹ ਕਿਹੜੇ ਦੇਸ਼ ਵਿੱਚ ਆਇਆ ਹੈ, ਅਸੀਂ ਤਾਂ ਕਦੇ ਸੁਣਿਆ ਨਹੀਂ। ਪਾਸ ਨਾ ਬੈਠਾ, ਨਾ ਹੀ ਇਹਦਾ ਵਾਸਾ ਤੀਰਥਾਂ ਦੇ ਉੱਪਰ, ਨਾ ਹੀ ਤੀਰਥਾਂ ਉੱਪਰ ਬੈਠਾ ਹੈ। ਦਾਤਾ ਦਾਨ ਕਰੇ ਤਹਿ ਨਾਹੀ, ਨਾ ਹੀ ਇਹ ਦਾਤਾ ਹੋ ਕੇ ਕੋਈ ਬਖਸ਼ਿਸ਼ਾਂ ਕਰਦਾ ਹੈ ਤੇ ਨਾ ਹੀ ਭਿਖਾਰੀ ਹੋ ਕੇ ਮੰਗਦਾ ਹੈ। ਮਹਿਲ ਉਸਾਰ ਨਾ ਬੈਠਾ, ਨਾ ਹੀ ਕੋਈ ਇਹਦਾ ਮਹਿਲ ਹੈ, ਕੋਠੀ ਹੈ, ਕਿਲਾ ਹੈ ਜਿਹਦੇ ਵਿੱਚ ਇਹ ਬੈਠਾ ਹੋਵੇ। ਤੇ ਕਹਿਣ ਲੱਗੇ ਮਹਾਰਾਜ ਫਿਰ ਇਹਦਾ ਪਤਾ ਕਿਵੇਂ ਲੱਗਦਾ ਹੈ? ਸਤਿਗੁਰੂ ਜੀ ਕਹਿੰਦੇ ਕੋ ਸਤ ਕਰੈ ਸੋ ਸੀਜੈ। ਜੇ ਕੋਈ ਸੱਚ ਬੋਲਣਾ ਚਾਹਵੇ ਨਾ ਇਹ ਸਮੇਂ ਅੰਦਰ ਮਹਾਰਾਜ ਕਹਿੰਦੇ ਖੁਆਰ ਹੁੰਦਾ। ਇੱਥੇ ਝੂਠਿਆਂ ਦੀ ਵਡਿਆਈ ਹੁੰਦੀ ਹੈ, ਝੂਠਿਆਂ ਦੀ ਗੱਲ ਸੁਣੀ ਜਾਂਦੀ ਹੈ। ਜਿਹੜੇ ਸੱਚੇ ਹਨ ਉਹਨਾਂ ਦੀ ਕੋਈ ਦਲੀਲ, ਅਪੀਲ, ਵਕੀਲ ਆਦਿਕ ਨਹੀਂ। ਮਹਾਰਾਜ ਕਹਿੰਦੇ ਉਹਨਾਂ ਦੇ ਹੱਕ ਵਿੱਚ ਕੋਈ ਨਹੀਂ ਭੁਗਤਦਾ। ਐਸਾ ਕਲਯੁਗ ਦਾ ਸਮਾਂ ਹੈ, ਸੱਚ ਬੋਲਣ ਵਾਲਾ ਇੱਥੇ ਖੁਆਰ ਝੂਠਾ ਹੁੰਦਾ ਹੈ। ਤਪ ਕਰ ਤਪ ਨਾ ਹੋਈ, ਕਿ ਜਿਸ ਘਰ ਦੇ ਅੰਦਰ ਥੋੜੀ ਬਹੁਤੀ ਬੰਦਗੀ ਹੋਵੇ, ਜਿਸ ਘਰ ਦੇ ਮਨੁੱਖ ਚਾਹੁੰਦੇ ਹੋਣ ਨਾ ਕਿ ਨਾਮ ਜਪਣਾ ਹੈ, ਸਤ ਸੰਗਤ ਕਰਨੀ ਹੈ, ਤੇ ਕਲਯੁਗ ਉਹਨਾਂ ਘਰਾਂ ਦੇ ਅੰਦਰ ਰੋਗ ਬਣ ਕੇ ਬੌੜਦਾ ਹੈ। ਆਮ ਤੌਰ ਤੇ ਕਹਾਵਤ ਹੈ, ਲੋਕ ਕਹਿੰਦੇ ਨੇ ਕਿ ਫਲਾਣਾ ਬੜਾ ਗੁਰੂ ਘਰ ਜਾਂਦਾ ਸੀ ਤੇ ਬੜੀ ਉਹਦੀ ਦੇਹੀ ਨੂੰ ਰੋਗ ਚਪੜੇ, ਤੇ ਫਲਾਣਾ ਇੱਕ ਦਿਨ ਵੀ ਗੁਰੂ ਘਰ ਨਹੀਂ ਗਿਆ ਤੇ ਵੇਖੋ ਕਿਵੇਂ ਤੰਦਰੁਸਤ ਫਿਰਦਾ। ਮਹਾਰਾਜ ਕਹਿੰਦੇ ਇਹ ਕਲਯੁਗ ਦੇ ਲੱਛਣ ਨੇ। ਤਪ ਕਰ ਤਪ ਨਾ ਹੋਈ। ਜਿਸ ਘਰ ਦੇ ਲੋਕ ਚਾਹੁੰਦੇ ਹੋਣ ਕਿ ਬੰਦਗੀ ਕਰਨੀ ਹੈ, ਪਰਮੇਸ਼ਰ ਦਾ ਸਿਮਰਨ ਕਰਨਾ ਹੈ, ਉੱਥੇ ਰੋਗ ਬਣ ਕੇ ਬੌੜਦਾ ਹੈ, ਉੱਥੇ ਕਲੇਸ਼ ਬਣ ਕੇ ਜਾਂਦਾ ਹੈ, ਉੱਥੇ ਬਖਿਆਤ ਬਣ ਕੇ ਬੌੜਦਾ ਹੈ, ਉੱਥੇ ਬਿਲਕੁਲ ਸਿਮਰਨ ਨਹੀਂ ਕਰਨ ਦਿੰਦਾ। ਤੇ ਜੇਕਰ ਕੋਈ ਪਰਮੇਸ਼ਰ ਦਾ ਨਾਮ ਜਪਣਾ ਚਾਹਵੇ, ਕੋਈ ਸਤ ਸੰਗਤ ਕਰਨੀ ਚਾਹਵੇ, ਕੋਈ ਗੁਰੂ ਘਰ ਆਉਣਾ ਚਾਹਵੇ, ਤੇ ਫਿਰ ਮਹਾਰਾਜ ਕਹਿੰਦੇ ਇਹ ਸਮੇਂ ਦੇ ਲੋਕ ਬਦਨਾਮੀ ਕਰਦੇ ਕਿ 100 ਚੂਹਾ ਖਾ ਕੇ ਮੇਰੀ ਹੱਦ ਨੂੰ ਚੁੰਝੇ, ਆਪਣਾ ਪਹਿਲਾ ਜੀਵਨ ਨਹੀਂ ਵੇਖਦੇ। ਇਸ ਪ੍ਰਕਾਰ ਗਲੀਆਂ ਗੋੜਾਂ ਤੇ ਬੈਠ ਕਰਕੇ ਨਾਮ ਜਪਣ ਵਾਲਿਆਂ ਦੇ ਬਾਬਤ, ਸਤ ਸੰਗਤ ਕਰਨ ਵਾਲਿਆਂ ਦੀ ਬਾਬਤ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ, ਟੀਕੇ ਕੀਤੇ ਜਾਂਦੇ ਨੇ। ਉਹਨਾਂ ਪ੍ਰਤੀ ਐਸੀਆਂ ਲੋਕ ਵਿਚਾਰਾਂ ਦੇ ਧਾਰਨੀ ਹੋ ਜਾਂਦੇ ਨੇ। ਨਾਮ ਜਪਣ ਵਾਲਿਆਂ ਦੀ ਬੰਦਗੀ ਨਹੀਂ, ਬਦਨਾਮੀ ਕਰਦੇ ਨੇ। ਮਹਾਰਾਜ ਕਹਿੰਦੇ ਭਾਈ ਇਹੀ ਕਲਯੁਗ ਦੇ ਲੱਛਣ ਨੇ। ਜਿਹੜਾ ਕਲਯੁਗ ਲੋਕਾਂ ਦੇ ਮਨਾਂ ਅੰਦਰ, ਮਤ ਦੇ ਅੰਦਰ ਬੈਠਾ ਹੈ। ਮਹਾਰਾਜ ਕਹਿੰਦੇ ਜਿਸ ਸਿਕਦਾਰੀ, ਜਿਸ ਮਾਲਕ ਦੇ ਘਰੇ ਨੌਕਰ ਕੰਮ ਕਰਦਾ ਹੈ, ਉਹਦੇ ਘਰ ਵਿੱਚ ਰਹਿ ਕਰਕੇ ਹੀ ਉਸਦੇ ਪਰਿਵਾਰ ਦੇ ਨਾਲ ਵਿਕਾਰ ਭੋਗਦਾ। ਇਸ ਪ੍ਰਕਾਰ ਜਿਸ ਮਾਲਕ ਦੇ ਹੇਠਾਂ ਕੰਮ ਕਰਦਾ ਹੈ ਤੇ ਬਾਹਰ ਜਾ ਕਰਕੇ ਉਸਦੀ ਡਿਊਟੀ ਕਰਦਾ ਹੈ, ਉਹਦੇ ਹੀ ਘਰ ਦੀ ਜਿਹੜੇ ਭੇਦ ਨੇ ਗੈਰਾਂ ਨੂੰ ਜਾ ਕੇ ਦਿੰਦਾ ਹੈ। ਤੇ ਕਲਯੁਗ ਦਾ ਐਸਾ ਸਮਾਂ ਹੈ, ਇੱਥੇ ਜਿਹੜੇ ਨੌਕਰ ਚਾਕਰ ਆਪਣੇ ਮਾਲਕ ਦਾ ਸਨਮਾਨ ਸਤਿਕਾਰ ਨਹੀਂ ਕਰਦੇ, ਉਹਦੇ ਕੋਲੋਂ ਰੱਤੀ ਪਰ ਡਰ ਨਹੀਂ ਰੱਖਦੇ। ਤੇ ਜਦੋਂ ਕਦੇ ਜਿਹੜਾ ਮਾਲਕ ਹੈ ਕਿਸੇ ਕਾਰਜ ਦੇ ਵਿੱਚ, ਕਿਸੇ ਗੁਨਾਹ ਦੇ ਵਿੱਚ ਪਕੜਿਆ ਜਾਵੇ,
ਤੇ ਇਹ ਜਿਹੜਾ ਸਾਰਾ ਭੇਤ ਹੈ, ਸਾਰੀ ਕਰਤੂਤ ਉਹਦੇ ਨੌਕਰ ਦੀ ਕੀਤੀ ਹੋਈ ਤੇ ਚਾਕਰ ਹੱਥੋਂ ਮਰਨਾ। ਤੇ ਐਸੇ ਵੀ ਮਾਲਕ ਹਨ ਜਿਨ੍ਹਾਂ ਦੀ ਮੌਤ ਉਹਨਾਂ ਦੇ ਨੌਕਰਾਂ ਹੱਥੋਂ ਹੋਈ। ਨਾਭੇ ਦਾ ਰਾਜਾ ਸੀ ਸੰਗਤ ਜੀ, ਉਹਦਾ ਇੱਕ ਨੌਕਰ ਸੀ ਗੁਰਦਿਆਲ ਸਿੰਘ। ਬਾਅਦ ਦੇ ਵਿੱਚ ਸਿੰਘਾਂ ਨੇ ਉਹਦਾ ਨਾਮ ਗੁਰਦਿਆਲੂ ਹੀ ਰੱਖਿਆ ਸੀ। ਤੇ ਨਾਭੇ ਦੇ ਰਾਜੇ ਨੂੰ ਤਖਤ ਤੋਂ ਹਟਾਉਣ ਵਾਸਤੇ, ਉਸ ਦਾ ਰਾਜ ਭਾਗ ਖਤਮ ਕਰਨ ਵਾਸਤੇ ਉਹਦੇ ਨੌਕਰ ਗੁਰਦਿਆਲੂ ਦਾ ਪੂਰਾ ਯੋਗਦਾਨ ਸੀ। ਉਹੀ ਜਾ ਕਰਕੇ ਬਾਹਰ ਭੇਜ ਦਿੰਦਾ ਸੀ, ਉਸ ਨੇ ਹੀ ਉਹਦਾ ਰਾਜ ਭਾਗ ਨਾਸ਼ ਕੀਤਾ ਸੀ। ਮਹਾਰਾਜ ਕਹਿੰਦੇ ਐਸਾ ਕਲਯੁਗ ਦਾ ਸਮਾਂ ਹੈ, ਜਿਹੜੇ ਮਾਲਕ ਲੋਕ ਨੇ ਉਹ ਆਪਣਿਆਂ ਨੌਕਰਾਂ ਹੱਥੋਂ ਮਰਦੇ ਨੇ। ਮਹਾਰਾਜ ਕਹਿੰਦੇ ਭਾਈ ਕਲਯੁਗ ਦਾ ਸਮਾਂ, ਕਲਯੁਗ ਦਾ ਸਮਾਂ ਆਇਆ ਹੈ। ਆਪ ਗੁਣਾ ਐਸੇ ਪਰਮੇਸ਼ਰ ਦੇ ਗੁਣ ਗਾਵੋ ਜੋ ਇਸ ਤੋਂ ਬਚਾ ਹੋਵੇ ਜੀ। ਮਹਾਰਾਜ ਕਹਿੰਦੇ ਜਿਹੜੇ ਪਹਿਲਾਂ ਤ੍ਰੇਤੇ ਵਰਗੇ, ਦੁਆਪਰ ਵਰਗੇ, ਸਤਯੁਗ ਵਰਗੇ ਜਿਹੜੇ ਬੜੇ ਸ਼ੁਭ ਯੁਗ ਲੰਘੇ ਨੇ, ਉਹਨਾਂ ਦਾ ਜਿਹੜਾ ਪ੍ਰਤਾਪ ਹੈ, ਉਹਨਾਂ ਦੀ ਜਿਹੜੀ ਬੰਦਗੀ ਹੈ ਉਹ ਹਲੇ ਵੀ ਵਰਤਦੀ ਹੈ। ਤੇ ਜੇਕਰ ਅਕਾਲ ਪੁਰਖ ਵਾਹਿਗੁਰੂ ਬਖਸ਼ਿਸ਼ ਕਰ ਦੇਵੇ ਤੇ ਅੱਜ ਵੀ ਜਿਹੜੇ ਲੋਕ ਨੇ ਉਹ ਸਤਯੁਗ ਵਰਗੇ ਵਸਦੇ ਨੇ। ਜਿਹੜੇ ਨਾਮ ਜਪਣ ਵਾਲੇ ਨੇ, ਸਿਮਰਨ ਕਰਨ ਵਾਲੇ ਨੇ, ਸੇਵਾ ਕਰਨ ਵਾਲੇ ਨੇ, ਇਹ ਸਤਯੁਗ ਦੇ ਲੋਕ ਨੇ। ਸੰਗਤ ਜਿਹੜੇ ਲੋਕ ਵਿਕਾਰ ਭੋਗਦੇ ਨੇ, ਬਦਨਾਮੀ ਕਰਦੇ ਨੇ, ਵਿਕਾਰ ਭੋਗਦੇ ਨੇ, ਮਹਾਰਾਜ ਕਹਿੰਦੇ ਇਹ ਕਲਯੁਗ ਦੇ ਲੋਕ ਨੇ। ਇਸ ਪ੍ਰਕਾਰ ਜਿਹੜਾ ਕਲਯੁਗ ਆਇਆ, ਕਲਯੁਗ ਆਇਆ ਕਹਿੰਦੇ ਨੇ, ਇਹਦੇ ਅੰਦਰ ਵੀ ਮਹਾਰਾਜ ਕਹਿੰਦੇ ਜਿਹੜੇ ਸ਼ੁਭ ਗੁਣਾਂ ਦੇ ਧਾਰਨੀ ਲੋਕ ਨੇ ਨਾ, ਗੁਰੂ ਦੇ ਲੜ ਲੱਗੇ ਪੂਰਨ ਦੇ, ਉਹ ਸਤਯੁਗ ਦੇ ਜਾਣ ਲਵੋ। ਠਹਿਰਾਓ ਦਾ ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਮਹਾਰਾਜ ਕਹਿੰਦੇ ਜਿਹੜਾ ਐਸਾ ਕਲਯੁਗ ਦਾ ਸਮਾਂ ਹੈ, ਇਹਦੇ ਅੰਦਰ ਜਿਹੜੇ ਸ਼ਰ੍ਹਾ ਦੇ ਮਾਲਕ ਭਾਵ ਧਰਮੀ ਲੋਕ ਨੇ, ਤੇ ਜਿਨ੍ਹਾਂ ਨੇ ਧਰਮ ਦਾ ਨਿਆਉ ਕਰਨਾ ਹੈ ਨਾ, ਪ੍ਰਚਾਰ ਪ੍ਰਸਾਰ ਕਰਨਾ ਹੈ, ਮਹਾਰਾਜ ਕਹਿੰਦੇ ਉਹਨਾਂ ਦੇ ਮਨ ਸ਼੍ਰੀ ਕ੍ਰਿਸ਼ਨ ਜੀ ਦੇ ਰੰਗ ਵਾਂਗ ਕਾਲੇ ਹੋ ਚੁੱਕੇ ਨੇ। ਉਹਨਾਂ ਦੇ ਮਨ ਕਾਲੇ ਹਨ ਜੀ। ਮਹਾਰਾਜ ਕਹਿੰਦੇ ਜੋ ਬ੍ਰਹਮਾ ਜੀ ਦੁਆਰਾ 4 ਵੇਦ ਉਚਾਰੇ ਨੇ ਔਰ ਚੌਥੇ ਵੇਦ ਦਾ ਨਾਮ ਅਥਰਵਣ ਹੈ। ਮਹਾਰਾਜ ਕਹਿੰਦੇ ਉਹਦੇ ਕੋਲੋਂ ਇਸ ਪ੍ਰਕਾਰ ਜਿਹੜੇ ਗੁਣ ਲੈ ਕਰਕੇ ਇਹ ਕਲਯੁਗ ਦੇ ਜਿਹੜੇ ਲੋਕ ਨੇ, ਗੁਰੂ ਨਾਨਕ ਦੇਵ ਜੀ ਦੇ ਸਮੇਂ ਕਹਿੰਦੇ ਉਹਦੇ ਕੋਲੋਂ ਗੁਣ ਲੈ ਕਰਕੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ। ਮਹਾਰਾਜ ਕਹਿੰਦੇ ਜਿਹੜੇ ਜਪਦੇ ਹਨ ਪਤਵਨ ਪੂਜਾ, ਜਿਨ੍ਹਾਂ ਨੇ ਸਾਰੀ ਸਾਰੀ ਰਾਤ ਪਰਾਇਆਂ ਘਰਾਂ ਦੇ ਵਿੱਚ ਜਾ ਕਰਕੇ ਵਿਕਾਰ ਭੋਗੇ ਨੇ ਤੇ ਸੁਬਹ ਪੂਜਾ ਦੀ ਥਾਲੀ ਚੱਕ ਲਈ, ਮਹਾਰਾਜ ਕਹਿੰਦੇ ਨਹੀਂ, ਪ੍ਰਵਾਨ ਨਹੀਂ। ਪਤ ਵਿਣ ਇੱਜ਼ਤ ਵਿਣ ਪੂਜਾ ਪ੍ਰਵਾਨ ਨਹੀਂ, ਸਤ ਵਿਣ ਸੰਜਮ। ਤੇ ਜਿਨ੍ਹਾਂ ਦੇ ਜੀਵਨ ਅੰਦਰ ਸੱਚ ਹੈ ਹੀ ਨਹੀਂ ਤੇ ਉਹ ਭਾਈ ਫਿਰ ਕਿਹੜੇ ਗੁਰੂ ਦੇ ਨਿਯਮ ਨੂੰ ਅਪਣਾਉਣਗੇ, ਕਿਹੜੇ ਗੁਰੂ ਦੀ ਮਰਿਆਦਾ ਦੇ ਧਾਰਨੀ ਹੋਣਗੇ ਜੀ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਅੰਦਰ ਜਤ ਦੀ ਪਰਪੱਕਤਾ ਨਹੀਂ, ਜਿਹੜੇ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣ, ਐਸੇ ਗੁਣਾਂ ਦੇ ਧਾਰਨੀ ਨਹੀਂ। ਮਹਾਰਾਜ ਕਹਿੰਦੇ ਭਾਈ ਫਿਰ ਜਨੇਊ ਪਹਿਨੇ ਜਾਂ ਕਕਾਰ ਪਹਿਨੇ ਕਿਹੜੇ ਕੰਮ ਦੇ ਨੇ, ਜਦੋਂ ਜਤ ਦੇ ਧਾਰਨੀ ਨਹੀਂ ਹੋਈ, ਸਤ ਦੇ ਧਾਰਨੀ ਨਹੀਂ ਹੋਈ, ਪਤ ਦੇ ਧਾਰਨੀ ਨਹੀਂ ਹੋਏ, ਫਿਰ ਧਰਮ ਦੇ ਨਾਮ ਤੇ ਪਖੰਡੀ ਹਨ। ਮਹਾਰਾਜ ਕਹਿੰਦੇ ਨਹਾ ਧੋ ਵੀ ਲੈਂਦੇ ਨੇ ਤੇ ਤਿਲਕ ਵੀ ਲਾਉਂਦੇ ਨੇ। ਮਹਾਰਾਜ ਕਹਿੰਦੇ ਹੇ ਬ੍ਰਾਹਮਣ ਜੀ, ਜੇਕਰ ਜੀਵਨ ਅੰਦਰ ਸੱਚ ਨਹੀਂ ਹੈ, ਜੇਕਰ ਸੋਚ ਪਵਿੱਤਰ ਨਹੀਂ ਤੇ ਫਿਰ ਸਰੀਰ ਵੀ ਸੁੱਚਾ ਨਹੀਂ ਮੰਨਿਆ ਜਾਂਦਾ। ਮਹਾਰਾਜ ਕਹਿੰਦੇ ਐਸਾ ਕਲਯੁਗ ਦਾ ਸਮਾਂ ਹੈ, ਇਹਦੇ ਅੰਦਰ ਜੋ ਕੁਰਾਨ ਹਨ, ਕਿਤਾਬ ਹਨ, ਜਿਹੜੇ ਇਸਲਾਮ ਧਰਮ ਦੇ ਲੋਕ ਨੇ, ਮੁਸਲਮਾਨ ਕਹਿੰਦੇ ਨੇ ਕਿ ਪਰਮੇਸ਼ਰ ਸਾਡਾ ਹੈ। ਤੇ ਜਿਹੜੇ ਪੰਡਤ ਲੋਕ ਨੇ ਉਹ ਹੱਥਾਂ ਵਿੱਚ ਪੋਥੀਆਂ ਪ੍ਰਾਨ ਪਕੜ ਕਰਕੇ ਕਹਿ ਦਿੰਦੇ ਨੇ ਕਿ ਪਰਮੇਸ਼ਰ ਸਾਡਾ ਹੈ।
ਕਿਉਂਕਿ ਨਾ ਤਾਂ ਕੁਰਾਨ ਦੇ ਅੰਦਰ ਹੀ ਹਿੰਦੂ ਵੀਰਾਂ ਦੇ ਲਈ ਕੋਈ ਭਲੇ ਦੀ ਗੱਲ ਲਿਖੀ ਹੈ ਤੇ ਨਾ ਹੀ ਪੁਰਾਣਾਂ ਦੇ ਅੰਦਰ ਆਦਿਕ ਜੋ ਪੋਥੀਆਂ ਨੇ ਹਿੰਦੂ ਧਰਮ ਦੀਆਂ ਇਹਨਾਂ ਦੇ ਅੰਦਰ ਕੋਈ ਇਸਲਾਮ ਧਰਮ ਦੀ ਮੁਕਤੀ ਦੀ ਜਾਂ ਭਲੇ ਵਾਸਤੇ ਲਿਖਿਆ। ਸਭ ਇਹਨਾਂ ਗ੍ਰੰਥਾਂ ਨੇ ਆਪੋ ਆਪਣੀਆਂ ਧਰਮਾਂ ਦੀ ਬਾਬਤ ਲਿਖਿਆ ਹੈ। ਨਾਨਕ ਨਾਉ ਭਇਆ ਰਹਿਮਾਨ। ਮਹਾਰਾਜ ਕਹਿੰਦੇ ਜਿਹੜਾ ਪਰਮੇਸ਼ਰ ਦਾ ਨਾਮ ਹੈ ਭਾਈ ਉਹ ਤਾਂ ਲੋਕ ਭੁੱਲ ਚੁੱਕੇ ਨੇ। ਕਰਤਾ ਤੂੰ ਏਕੋ ਜਾਣ। ਮਹਾਰਾਜ ਕਹਿੰਦੇ ਹੈ ਲੋਕੋ ਜਿਹੜਾ ਪਰਮੇਸ਼ਰ ਹੈ ਨਾ ਤਾਂ ਇਕੱਲੇ ਹਿੰਦੂਆਂ ਦਾ ਤੇ ਨਾ ਹੀ ਇਕੱਲੇ ਮੁਸਲਮਾਨਾਂ ਦਾ, ਉਹ ਤਾਂ ਜੋ 84 ਲੱਖ ਜੀਵ ਇਸ ਧਰਤੀ ਤੇ ਵਰਤ ਰਿਹਾ ਹੈ, ਜੋ ਇਸ ਪ੍ਰਕਾਰ ਹਰ ਧਰਮ ਦੇ ਲੋਕ ਨੇ, ਉਹ ਪਰਮੇਸ਼ਰ ਸਭ ਦਾ ਸਾਂਝਾ ਹੈ। ਨਾਨਕ ਨਾਮ ਮਿਲੇ ਵਡਿਆਈ। ਤੇ ਐਸੇ ਪਰਮੇਸ਼ਰ ਦੇ ਨਾਮ ਜਪਣ ਵਾਲਿਆਂ ਨੂੰ ਵਡਿਆਈ ਪ੍ਰਾਪਤ ਹੁੰਦੀ ਹੈ। ਉੱਪਰ ਕਰਮ ਨਹੀਂ। ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਮ ਜਪਣ ਤੋਂ ਬਿਨਾਂ ਤੇ ਪਰਮੇਸ਼ਰ ਦੀ ਸੰਗਤ ਕਰਨ ਤੋਂ ਬਿਨਾਂ ਇਹ ਤੋਂ ਬਿਨਾਂ ਹੋਰ ਜਿੰਨੇ ਮਰਜ਼ੀ ਵੀ ਕਰਮ ਹਨ ਪਰ ਇਹਨਾਂ ਤੋਂ ਉੱਚਾ ਕੋਈ ਵੀ ਕਰਮ ਨਹੀਂ। ਪਰਮੇਸ਼ਰ ਦਾ ਨਾਮ ਹੀ ਸਾਰੇ ਕਾਰਜ ਸਫਲ ਕਰਦਾ ਹੈ। ਜੇਕਰ ਹੁੰਦੇ ਮੰਗਣ ਜਾਈਏ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜੇਕਰ ਭਾਈ ਸਭ ਕੁਝ ਘਰ ਦੇ ਵਿੱਚ ਹੋਵੇ, ਜਿਵੇਂ ਸਿੱਖਾਂ ਤਾਈਂ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਬਖਸ਼ੀ ਹੈ, ਪੰਜ ਕਕਾਰ ਬਖਸ਼ੇ, ਗੁਰੂ ਗ੍ਰੰਥ ਸਾਹਿਬ ਜੀ ਵਰਗਾ ਮਹਾਨ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੈ। ਮਹਾਰਾਜ ਕਹਿੰਦੇ ਜਿਹਦੇ ਘਰ ਵਿੱਚ ਸਭ ਕੁਝ ਹੋਵੇ ਫਿਰ ਉਹ ਲਾਮਾ ਮਿਲੇ ਨਹੀਂ। ਮਹਾਰਾਜ ਕਹਿੰਦੇ ਫੇਰ ਵੀ ਮੰਗਣ ਜਾਵੇ ਭਾਈ, ਮੰਗਲਵਾਰ ਨੂੰ ਜਾ ਕਰਕੇ ਪੰਡਤਾਂ ਦੇ ਕੋਲ ਆਪਣੇ ਹੱਥ ਵਿਖਾਉਂਦਾ ਫਿਰ, ਵੀਰਵਾਰ ਨੂੰ ਜਾ ਕਰਕੇ ਕਬਰਾਂ ਤੇ ਤੇਲ ਚੜਾਉਂਦਾ ਫਿਰ। ਮਹਾਰਾਜ ਕਹਿੰਦੇ ਜਿਹਦੇ ਘਰ ਵਿੱਚ ਸਭ ਕੁਝ ਹੋਵੇ ਫੇਰ ਵੀ ਆਂਢ ਗੁਆਂਢ ਚ ਮੰਗਦਾ ਫਿਰ ਉਲਾਂਭਾ ਮਿਲਦਾ ਹੀ। ਫਿਰ ਕਲਗੀਧਰ ਉਲਾਂਭਾ ਦੇਣ ਵੀ ਗੁਰੂ ਸਿੱਖਾ ਮੇਰੇ ਤੋਂ ਕਮੀ ਕੀ ਰਹੀ, ਸਾਰਾ ਪਰਿਵਾਰ ਤੇਰੇ ਤੋਂ ਵਾਰਿਆ, ਆਪਣੇ ਬੱਚੇ ਵਾਰ ਦਿੱਤੇ, ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ ਇੱਕ ਤੈਨੂੰ ਵੱਖਰੀ ਪਹਿਚਾਣ ਦੇ ਦਿੱਤੀ, ਪੰਜ ਕਕਾਰ ਬਖਸ਼ਿਸ਼ ਕਰ ਦਿੱਤੇ। ਇਸ ਪ੍ਰਕਾਰ ਤੈਨੂੰ ਮੈਂ ਆਪਣਾ ਰੂਪ ਆਖ ਦਿੱਤਾ ਤੇ ਫੇਰ ਵੀ ਤੂੰ ਕਬਰਾਂ ਤੇ ਫਿਰਦਾ, ਫੇਰ ਵੀ ਹੱਥ ਵਿਖਾ ਵਿਖਾ ਭੰਡਾਰੇ ਕਰਦਾ। ਮਹਾਰਾਜ ਕਹਿੰਦੇ ਫਿਰ ਪਰਮੇਸ਼ਰ ਉਲਾਂਭੇ ਦੇ ਦੇਗਾ ਕਿ ਇਹ ਸਿੱਖਾਂ ਤੈਨੂੰ ਸਿੱਖਾਂ ਦੇ ਘਰੇ ਜਨਮ ਦਿੱਤਾ ਸੀ ਤੇ ਸਿੱਖ ਧਰਮ ਵਿੱਚ ਕੀ ਕਮੀ ਸੀ ਜਿਹੜਾ ਤੂੰ ਹੋਰਾਂ ਥਾਵਾਂ ਤੇ ਤੁਰਿਆ ਫਿਰਦਾ ਰਿਹਾ। ਮਹਾਰਾਜ ਕਹਿੰਦੇ ਫਿਰ ਐਸਿਆਂ ਜੀਵਾਂ ਨੂੰ ਗੁਰੂ ਦੇ ਪਰਮੇਸ਼ਰ ਦੇ ਉਲਾਂਭੇ ਸਹਾਰਨੇ ਪੈਂਦੇ ਨੇ। ਜਦੋਂ ਐਸਾ ਗੁਰੂ ਨਾਨਕ ਦੇਵ ਜੀਆਂ ਨੇ ਭਾਈ ਮਰਦਾਨੇ ਦੀ ਰਬਾਬ ਦੇ ਨਾਲ ਉੱਚੀ ਸੁਰ ਦੇ ਵਿੱਚ ਐਸੇ ਕਲਯੁਗ ਦੇ ਲੱਛਣਾਂ ਦੀ ਬਾਬਤ ਇਹ ਰਾਮਕਲੀ ਰਾਗ ਦੇ ਅੰਦਰ ਅਸ਼ਟਪਦੀਆਂ ਵਰਗਾ ਇਹ ਜੋ ਸ਼ਬਦ ਉਚਾਰਨ ਕੀਤਾ ਹੈ। ਰਾਮਕਲੀ ਸੋ ਰਾਗ ਮਹਿਕਾਇਓ। ਮਹਾਰਾਜ ਨੇ ਇਹ ਸਾਰਾ ਸ਼ਬਦ ਰਾਮਕਲੀ ਰਾਗਣੀ ਅੰਦਰ ਦਰਜ ਕੀਤਾ ਹੈ ਜੀ। ਸੋਨਾ ਸੁਨਕਾਰ ਬਹੁ ਮਾਨਵ ਆਏ। ਤੇ ਐਸਾ ਸਤਿਗੁਰਾਂ ਨੂੰ ਸ਼ਬਦ ਗਾਉਂਦਿਆਂ ਸੁਣ ਕਰਕੇ ਜਿਹੜੇ ਲੋਕ ਆਪ ਚੱਲੇ ਆਏ ਨੇ, ਬੜੇ ਪ੍ਰੇਮ ਦੇ ਨਾਲ ਗੁਰੂ ਨਾਨਕ ਦੇਵ ਜੀਆਂ ਦੇ ਇਰਦ ਗਿਰਦ ਬੈਠੇ ਨੇ। ਤੇ ਜਿਹੜੇ ਬੜੇ ਵਿਦਵਾਨ ਪੰਡਤ ਸਨ ਜੀ, ਉਹਨਾਂ ਨੇ ਸਤਿਗੁਰਾਂ ਦੇ ਸ਼ਬਦ ਸੁਣ ਕਰਕੇ ਐਸਾ ਪੁੱਛਿਆ ਹੈ, ਪ੍ਰਸ਼ਨ ਪੁੱਛਿਆ ਹੈ। ਮਹਾਰਾਜ ਜਿਹੜਾ ਇਹ ਤੁਸੀਂ ਸ਼ਬਦ ਉਚਾਰਨ ਕੀਤਾ ਹੈ ਜਰਾ ਖੁੱਲ ਕੇ ਇਹਦੇ ਅਰਥ ਦੱਸੋ ਜੀ। ਮਹਾਰਾਜ ਅਸੀਂ ਤੁਹਾਨੂੰ ਪਰਮੇਸ਼ਰ ਸੰਤ ਰੂਪ ਜਾਣਦੇ ਹਾਂ। ਤੇ ਗੁਰੂ ਨਾਨਕ ਦੇਵ ਜੀਆਂ ਨੇ ਬੇਨਤੀ ਪ੍ਰਵਾਨ ਕੀਤੀ ਤੇ ਉਹਨਾਂ ਵਿਦਵਾਨਾਂ ਤਾਈਂ ਇਸ ਸ਼ਬਦ ਦੇ ਅਰਥ ਕੀਤੇ ਨੇ। ਮਹਾਰਾਜ ਕਹਿੰਦੇ ਨੇ ਸੰਗਤ ਜੀ ਇੱਕ ਮਨ ਇੱਕ ਚਿੱਤ ਹੋ ਕਰਕੇ ਸੁਣਨਾ ਕਰੋ। ਮਹਾਰਾਜ ਕਹਿੰਦੇ ਉਹੀ ਚੰਦਰਮਾ ਹੈ, ਉਹੀ ਸੂਰਜ ਹੈ, ਉਹੀ ਤਾਰੇ ਨੇ, ਉਹੀ ਧਰਤੀ ਹੈ, ਉਹੀ ਹਵਾ ਹੈ। ਜਿਹੜੇ ਕਲਯੁਗ ਤੋਂ ਪਹਿਲਾਂ ਤਿੰਨਾਂ ਯੁਗਾਂ ਦੇ ਅੰਦਰ ਵਰਤਦੇ ਸੀ। ਮਾਨਵ ਮਲਨ ਬੁੱਧੀ
ਭਏ। ਮਹਾਰਾਜ ਕਹਿੰਦੇ ਪਰ ਇਸ ਯੁੱਗ ਦੇ ਅੰਦਰ ਜੋ ਕਲਯੁਗ ਆਇਆ ਲੋਕ ਕਹਿੰਦੇ ਨੇ ਤਾਂ ਕਹਿੰਦੇ ਨੇ ਕਿਉਂਕਿ ਲੋਕਾਂ ਦੀ ਜਿਹੜੀ ਬੁੱਧੀ ਹੈ ਸੋਚ ਹੈ ਉਹ ਮੈਲੀ ਹੋ ਚੁੱਕੀ ਹੈ ਜਾਤੇ ਕਲੀ ਲਖਾਏ। ਤੇ ਲੋਕਾਂ ਦੇ ਲੱਛਣ ਵੇਖ ਕਰਕੇ ਹੀ ਕਲਯੁਗ ਦੇ ਲੱਛਣ ਪ੍ਰਤੀਤ ਹੁੰਦੇ ਨੇ ਕੌਣ ਇਨਕੋ ਵਿਸ਼ਵਾਸ ਕਿਆ। ਮਹਾਰਾਜ ਕਹਿੰਦੇ ਕਲਯੁਗ ਦੇ ਵਿੱਚ ਜਿਹੜੇ ਪੈਦਾ ਹੋਏ ਨੇ ਭਾਈ ਇਹਨਾਂ ਲੋਕਾਂ ਦਾ ਕੀ ਵਿਸ਼ਵਾਸ ਹੈ ਕਾਲਜੇ ਨਰ ਜਨਮਾਏ। ਜਿਹੜੇ ਲੋਕ ਕਲਯੁਗ ਦੇ ਅੰਦਰ ਜਨਮੇ ਨੇ ਇਹਨਾਂ ਦਾ ਕੋਈ ਵਿਸ਼ਵਾਸ ਨਹੀਂ ਚੌਪਈ ਵਰਖਾ ਵਿਖੇ ਬੁੱਧ ਬਦਾ ਜੈਸੇ। ਮਹਾਰਾਜ ਕਹਿੰਦੇ ਇਹਨਾਂ ਦਾ ਜੀਵਨ ਤਾਂ ਇਦਾਂ ਦਾ ਹੈ ਜਿਵੇਂ ਮੀਂਹ ਪੈਂਦਾ ਹੋਵੇ ਬਰਸਾਤ ਹੁੰਦੀ ਹੋਵੇ ਤੇ ਕਣੀਆਂ ਦੇ ਨਾਲ ਫਲ ਦੇ ਵਿੱਚ ਬੁਲਬੁਲੇ ਬਣਦੇ ਨੇ ਤੇ ਫਲ ਦੇ ਵਿੱਚ ਨਾਸ਼ ਹੁੰਦੇ ਨੇ ਮਹਾਰਾਜ ਕਹਿੰਦੇ ਐਸੇ ਇਹਨਾਂ ਦੇ ਜੀਵਨ ਹੋ ਚੁੱਕੇ ਨੇ ਕਦੋਂ ਜਨਮਦੇ ਨੇ ਤੇ ਕਦੋਂ ਵਿਕਾਰ ਭੋਗਦੇ ਭੋਗਦੇ ਮਰ ਜਾਂਦੇ ਨੇ ਇਹਨਾਂ ਦਾ ਜੀਵਨ ਇੱਕ ਬਰਸਾਤ ਦੇ ਬੁਲਬੁਲੇ ਵਰਗਾ ਹੈ ਮਹਾਰਾਜ ਕਹਿੰਦੇ ਹੋਰ ਕੋਈ ਕਲਯੁਗ ਕਿਸੇ ਦੇਸ਼ ਵਿੱਚ ਨਹੀਂ ਆਇਆ ਬਸ ਇਹਨਾਂ ਦੇ ਮਨਾਂ ਵਿੱਚ ਬੈਠਾ ਹੈ ਮਹਾਰਾਜ ਕਹਿੰਦੇ ਕਿਤੇ ਉਹਦਾ ਦੇਸ਼ ਨਹੀਂ ਕਿਤੇ ਉਹਦਾ ਕਿਲਾ ਨਹੀਂ ਜਿਸ ਕਿਲੇ ਵਿੱਚ ਉਹ ਬੈਠਾ ਹੋਵੇ ਇਹਨਾਂ ਲੋਕਾਂ ਦੇ ਮਨ ਰੂਪੀ ਕਿਲੇ ਅੰਦਰ ਕਲਯੁਗ ਦਾ ਵਾਸਾ ਹੈ ਮਹਾਰਾਜ ਕਹਿੰਦੇ ਜੈਸੇ ਜੈਸੇ ਲੋਕ ਇਹ ਲੱਛਣ ਕਰਦੇ ਨੇ ਜੈਸੇ ਜੈਸੇ ਕਰਮ ਕਾਂਡ ਇਹ ਸੰਸਾਰ ਵਿੱਚ ਕਰਦੇ ਨੇ ਮਹਾਰਾਜ ਕਹਿੰਦੇ ਉੱਥੋਂ ਹੀ ਪਤਾ ਲੱਗਦਾ ਹੈ ਕਿ ਕਲਯੁਗ ਆਇਆ ਹੈ ਕਲਯੁਗ ਆਇਆ ਹੈ ਮਹਾਰਾਜ ਕਹਿੰਦੇ ਐਸੀ ਸੋਚ ਵਿਰਦੀ ਹੋ ਚੁੱਕੀ ਹੈ ਨਾ ਤਾਂ ਕੋਈ ਜਤ ਵਿੱਚ ਪੂਰਾ ਹੈ ਨਾ ਕੋਈ ਸਤ ਵਿੱਚ ਪੂਰਾ ਹੈ ਨਾ ਹੀ ਕੋਈ ਤਪ ਵਿੱਚ ਪੂਰਾ ਹੈ ਤੇ ਜੇ ਕੋਈ ਥੋੜਾ ਬਹੁਤਾ ਨਾਮ ਜਪਦਾ ਹੈ ਥੋੜੀ ਬਹੁਤੀ ਸਤ ਸੰਗਤ ਕਰਦਾ ਹੈ ਆਗੇ ਤੇ ਮਹਾਰਾਜ ਕਹਿੰਦੇ ਇਹ ਲੋਕ ਉਹਦੀ ਬਦਨਾਮੀ ਕਰਦੇ ਨੇ ਮਹਾਰਾਜ ਕਹਿੰਦੇ ਭਾਈ ਜਿਹੜਾ ਸਤਯੁਗ ਦਾ ਸਮਾਂ ਸੀ ਸਤਯੁਗ ਦੇ ਸਮੇਂ ਅੰਦਰ ਕੋਈ ਇੱਕ ਵੀ ਬੰਦਾ ਪਾਪ ਕਰਦਾ ਸੀ ਤੇ ਸਾਰੇ ਦੇਸ਼ ਨੂੰ ਉਹ ਦੁੱਖ ਭੋਗਣਾ ਪੈਂਦਾ ਸੀ ਉਹਦਾ ਗੁਨਾਹ ਭੋਗਣਾ ਪੈਂਦਾ ਸੀ ਸਤਯੁਗ ਦੇ ਅੰਦਰ ਸ਼ੁਕਰਚਾਰੀਆ ਦੀ ਪੁੱਤਰੀ ਹੈ ਜੋ ਉਹਦੇ ਨਾਲ ਬੇਣ ਰਾਜੇ ਨੇ ਇਸ ਪ੍ਰਕਾਰ ਉਹਦਾ ਜਤ ਸਤ ਤੋੜਿਆ ਸੀ ਸੰਬੰਧ ਬਣਾਏ ਸਨ ਤੇ ਮਹਾਰਾਜ ਕਹਿੰਦੇ ਉਹ ਸਮੇਂ ਭਾਈ ਰੇਤੇ ਦੀ ਵਰਖਾ ਹੋਈ ਸੀ ਕਣੀਆਂ ਦੀ ਥਾਂ ਤੇ ਅਸਮਾਨ ਵਿੱਚੋਂ ਰੇਤਾ ਡਿੱਗਿਆ ਸੀ ਕਾਲ ਪੈ ਗਿਆ ਸੀ ਭਾਵ ਇੱਕ ਨੇ ਪਾਪ ਕੀਤਾ ਸੀ ਸਾਰੇ ਦੇਸ਼ ਨੂੰ ਇਹ ਦੁੱਖ ਭੋਗਣਾ ਪਿਆ ਸੀ ਤ੍ਰੇਤਾ ਯੁੱਗ ਆਇਆ ਤੇ ਇਸ ਪ੍ਰਕਾਰ ਸਾਰੀ ਨਗਰੀ ਦੁੱਖ ਭੋਗਦੀ ਸੀ ਪਰ ਤ੍ਰੇਤੇ ਯੁੱਗ ਦੇ ਅੰਦਰ ਥੋੜਾ ਤਬਦੀਲ ਹੋਇਆ ਕੱਲੇ ਰਾਵਣ ਨੇ ਸ਼੍ਰੀ ਰਾਮਚੰਦਰ ਜੀਆਂ ਦੀ ਜੋ ਪਤਨੀ ਸੀ ਉਸ ਨੂੰ ਲੈ ਕੇ ਗਿਆ ਸੀ ਤੇ ਸਾਰੀ ਲਾਕਾਂ ਨੂੰ ਅੱਗ ਦੇ ਵਿੱਚ ਸੜਨਾ ਪਿਆ ਸੀ ਮਹਾਰਾਜ ਕਹਿੰਦੇ ਤ੍ਰੇਤੇ ਯੁੱਗ ਦੇ ਅੰਦਰ ਜੇਕਰ ਕੋਈ ਇੱਕ ਮਨੁੱਖ ਪਾਪ ਕਰਦਾ ਸੀ ਤੇ ਸਾਰੀ ਨਗਰੀ ਉਹ ਦੁੱਖ ਭੋਗਦੀ ਸੀ ਤੇ ਜਿਹੜਾ ਦੁਆਪਰ ਸੀ ਦੁਆਪਰ ਯੁੱਗ ਦੇ ਅੰਦਰ ਕੋਈ ਪਾਪ ਕਰਦਾ ਸੀ ਨਾ ਤੇ ਸਾਰੀ ਕੁੱਲ ਨਾਸ਼ ਹੋ ਜਾਂਦੀ ਸੀ ਸ਼੍ਰੀ ਕ੍ਰਿਸ਼ਨ ਜੀਆਂ ਦੀ ਕੁੱਲ ਦੇ ਵਿੱਚ ਪੈਦਾ ਹੋਇਆ ਇੱਕ ਬੱਚਾ ਉਸਨੇ ਕਿਸੇ ਤਾਂ ਟੀਚਰ ਕਰ ਦਿੱਤੀ ਪਰ ਇਸਤਰੀ ਤੇ ਸਾਰੀ ਕੁੱਲ ਸ਼੍ਰੀ ਕ੍ਰਿਸ਼ਨ ਜੀਆਂ ਦੀ ਨਾਸ਼ ਹੋ ਗਈ ਸੀ ਸੰਗਤ ਜੀ ਮਹਾਰਾਜ ਕਹਿੰਦੇ ਸਤਯੁਗ ਦੇ ਅੰਦਰ ਕੋਈ ਪਾਪ ਕਰਦਾ ਸੀ ਤੇ ਪਾਪ ਐਸਾ ਮਹਾਨ ਸੀ ਐਸਾ ਮਹਾਨ ਮੰਨਿਆ ਜਾਂਦਾ ਸੀ ਸਾਰਾ ਦੇਸ਼ ਰੁਕ ਪਾਉਂਦਾ ਸੀ ਦੁਆਪਰ ਦੇ ਅੰਦਰ ਮਹਾਰਾਜ ਕਹਿੰਦੇ ਇੱਕ ਨਗਰ ਇੱਕ ਇਲਾਕਾ ਦੁੱਖ ਪਾਉਂਦਾ ਸੀ ਤੇ ਜਦੋਂ ਇਸ ਪ੍ਰਕਾਰ ਤ੍ਰੇਤੇ ਦੇ ਅੰਦਰ ਸਾਰਾ ਨਗਰ ਦੁੱਖ ਪਾਉਂਦਾ ਸੀ ਤੇ ਦੁਆਪਰ ਦੇ ਅੰਦਰ ਸਾਰੀ ਕੁੱਲ ਸਾਰਾ ਪਰਿਵਾਰ ਨਾਸ਼ ਹੁੰਦਾ ਸੀ ਮਹਾਰਾਜ ਕਹਿੰਦੇ ਭਾਈ ਕਲਯੁਗ ਦੇ ਅੰਦਰ ਤਾਂ ਮਹਾਰਾਜ ਨੇ ਸਿੱਧਾ ਜਿਹਾ ਨਿਬੇੜਾ ਕਰ ਦਿੱਤਾ ਪਰਮੇਸ਼ਰ ਨੇ ਜੋ ਕਰੂ ਉਹੀ ਭਗਤ ਪਰਿਵਾਰ ਨਾਲ ਕੋਈ ਲੈਣਾ ਦੇਣਾ ਨਹੀਂ ਪਰਿਵਾਰ ਦੇ ਵਿੱਚ ਕੋਈ ਮੈਂਬਰ ਵਿਕਾਰੀ ਹੈ ਇਸ ਪ੍ਰਕਾਰ ਛਲ ਕਪਟ ਕਰਦਾ ਹੈ ਤੇ ਉਹੀ ਪਾਵੇਗਾ ਜੇਕਰ ਪਰਿਵਾਰ ਦੇ ਵਿੱਚ ਕੋਈ ਬੰਦਗੀ ਵਾਲੀ ਰੂਹ ਹੈ ਨਾਮ ਜਪਣ ਵਾਲੀ ਹੈ ਉਹਦੇ ਨਾਲ ਉਹਦਾ ਕੋਈ ਸੰਬੰਧ ਨਹੀਂ ਰਹੇਗਾ
ਜੋ ਕਰੇਗਾ ਉਹੀ ਭਰੇਗਾ ਜੀ। ਮਨ ਸਤਿਗੁਰ ਜਿਨ ਕੋ ਬਖਸ਼ਾਵਤ। ਤੇ ਕਲਯੁਗ ਦਾ ਐਸਾ ਭਿਆਨਕ ਸਮਾਂ ਹੈ, ਹਰ ਇੱਕ ਬੰਦਾ ਹੀ ਪਾਪੀ ਹੈ। ਹਰ ਇੱਕ ਪਰਿਵਾਰ, ਸਾਰਾ ਪਰਿਵਾਰ ਹੀ ਇਸ ਪ੍ਰਕਾਰ ਧੋ ਕੇ ਧੜੀਆਂ ਤੇ ਉਤਰਿਆ ਹੈ। ਮਹਾਰਾਜ ਕਹਿੰਦੇ ਐਸੇ ਯੁੱਗ ਦੇ ਅੰਦਰ ਜੇਕਰ ਪਰਮੇਸ਼ਰ ਕਿਰਪਾ ਕਰੇ ਫੇਰ ਹੀ ਵਿਚਾਰ ਹੁੰਦਾ ਹੈ। ਨਾਮਦਾਨ ਦੇ ਕਰੇ ਉਧਾਰਾ। ਤੇ ਪਰਮੇਸ਼ਰ ਨਾਮਦਾਨ ਦੀ ਬਖਸ਼ਿਸ਼ ਜਿਸ ਉੱਪਰ ਕਰ ਦਿੰਦਾ ਹੈ ਉਸ ਦਾ ਹੀ ਉਧਾਰ ਹੁੰਦਾ ਹੈ। ਇਸ ਬਿਨ ਅਪਰ ਨ ਕੋ ਉਪਚਾਰਾ। ਤੇ ਪਰਮੇਸ਼ਰ ਦੇ ਨਾਮ ਤੋਂ ਬਿਨਾ ਹੋਰ ਕੋਈ ਰਸਤਾ ਨਹੀਂ, ਹੋਰ ਕੋਈ ਉਪਚਾਰ ਨਹੀਂ ਹੈ ਕਿ ਇਸ ਸੰਸਾਰ ਦੇ ਵਿਕਾਰਾਂ ਤੋਂ ਛੁੱਟਿਆ ਜਾਵੇ ਤੇ ਸੰਸਾਰ ਸਮੁੰਦਰ ਤੋਂ ਪਾਰ ਹੋਇਆ ਜਾਵੇ। ਇੱਕੋ ਪਰਮੇਸ਼ਰ ਦਾ ਨਾਮ ਹੈ ਜੋ ਲਿਵ ਲਾ ਕਰਕੇ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਜਪੇਗਾ ਭਾਈ ਉਹ ਪਾਰ ਹੋਵੇਗਾ। ਵੇਦ ਅਥਰਵਨ ਮਥ ਕਰ ਸਭਨੀ। ਮਹਾਰਾਜ ਕਹਿੰਦੇ ਸਾਰੇ ਵੇਦ ਧਰਮ ਦੇ ਜਿੰਨੇ ਵੀ ਗ੍ਰੰਥ ਹਨ ਉਹਨਾਂ ਨੂੰ ਸਾਰਿਆਂ ਨੂੰ ਪੜ੍ਹ ਲਿਆ ਜਾਵੇ ਤੇ ਪੜ੍ਹ ਕਰਕੇ ਉਹਨਾਂ ਦਾ ਤੱਤ ਕੱਢਿਆ ਜਾਵੇ। ਹਰ ਕੀਰਤ ਕਤ ਦੇਵਤ ਅਬਹੀ। ਤੇ ਸਾਰੇ ਵੇਦ ਗ੍ਰੰਥ ਇਹੀ ਕਹਿੰਦੇ ਨੇ ਕਿ ਪਰਮੇਸ਼ਰ ਦਾ ਨਾਮ ਜਪੋ, ਬੰਦਗੀ ਕਰੋ, ਸਿਮਰਨ ਕਰੋ ਜੀ। ਨਾਮ ਧੋਵਨਾ ਬਿਰਥਾ ਸਾਰੇ। ਮਹਾਰਾਜ ਕਹਿੰਦੇ ਜਿਹੜਾ ਬਾਹਰੀ ਨਹਾਉਣ ਧੋਣਾ ਹੈ ਇਹ ਤਾਂ ਸਾਰਾ ਹੀ ਵਿਅਰਥ ਹੈ। ਰਾਗ ਦਵੈ ਕਮਲ ਨਹੀਂ ਉਤਾਰੇ। ਕਹਿੰਦੇ ਕਦੋਂ ਤੱਕ ਵਿਅਰਥ ਹੈ? ਜਦੋਂ ਤੱਕ ਮਨ ਦੀ ਮੈਲ ਨਹੀਂ ਨਿਵਾਰਦੀ। ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਬੰਦਾ ਇਸ਼ਨਾਨ ਵੀ ਕਰ ਲਵੇ ਤੇ ਇਸ ਪ੍ਰਕਾਰ ਫਿਰ ਸਾਰਾ ਦਿਨ ਧੋ ਕੇ ਧੜੀਆਂ ਕਰੇ, ਛਲ ਕਪਟ ਕਰੇ ਤੇ ਅੰਮ੍ਰਿਤ ਵੇਲੇ ਦਾ ਕੀਤਾ ਇਸ਼ਨਾਨ ਭਾਈ ਕੀ ਲਾਹਾ ਦੇਵੇ? ਮਹਾਰਾਜ ਕਹਿੰਦੇ ਕੋਈ ਲਾਹਾ ਨਹੀਂ ਹੋਵੇਗਾ। ਸਾਚ ਨ ਕਮਾਵਹਿ ਕੋਈ ਨ ਸੋਚੂ। ਮਹਾਰਾਜ ਕਹਿੰਦੇ ਜਿੰਨਾ ਸਮਾਂ ਸੱਚ ਨਹੀਂ ਨਾ ਕਮਾਉਂਦਾ ਜੀਵਨ ਦੇ ਅੰਦਰ ਸੱਚੇ ਗੁਰੂ ਦੇ ਲੜ ਨਹੀਂ ਲੱਗਦਾ ਤੇ ਜੀਵਨ ਅੰਦਰ ਸੱਚ ਦਾ ਧਾਰਨੀ ਨਹੀਂ ਹੁੰਦਾ ਤੇ ਮਹਾਰਾਜ ਕਹਿੰਦੇ ਉਹਨਾਂ ਸਮਾਂ ਪਵਿੱਤਰ ਨਹੀਂ ਹੁੰਦਾ। ਆਪਾਂ ਵੀ ਗੁਰੂ ਘਰ ਆਉਣੇ ਆ ਤੇ ਗੁਰੂ ਘਰ ਆ ਕਰਕੇ ਆਪਣਾ ਸਿਰ ਨਵਾਉਣਾ ਬੜੀ ਚੰਗੀ ਕਿਰਿਆ ਹੈ। ਗੁਰੂ ਨੂੰ ਆ ਕਰਕੇ ਆਪਣਾ ਸੀਸ ਨਵਾਉਣਾ। ਪਰ ਸਾਡਾ ਸੰਗਤ ਜੀ ਸਰੀਰ ਹੀ ਨਿਭਦਾ ਹੈ, ਮਨ ਨਹੀਂ ਸਾਡਾ ਨਿਭਦਾ। ਜਿੱਦਣ ਸਾਡਾ ਮਨ ਨਿਭ ਗਿਆ ਨਾ ਉਦਣ ਤਾਂ ਫਿਰ ਸਾਰਾ ਕੁਝ ਆਪਣਾ ਸਰੈਂਡਰ ਕਰਨ ਦੇ ਬਰਾਬਰ ਹੁੰਦਾ ਹੈ। ਪਰ ਉਦਣ ਅੰਮ੍ਰਿਤ ਛਕਣ ਨੂੰ ਵੀ ਦਿਲ ਕਰੇਗਾ, ਗੁਰੂ ਵਾਲੇ ਬਾਣ ਨੂੰ ਦਿਲ ਕਰੇਗਾ, ਸਤ ਸੰਗਤ ਦੇ ਵਿੱਚ ਹਾਜ਼ਰੀਆਂ ਭਰਨ ਨੂੰ ਦਿਲ ਕਰੇਗਾ, ਨਾਮ ਜਪਣ ਨੂੰ ਦਿਲ ਕਰੇਗਾ। ਜਿੱਦਣ ਸਾਡਾ ਮਨ ਹੈ ਮਹਾਰਾਜ ਕਹਿੰਦੇ ਸੀਸ ਨਵਾਇਆ ਕਿਆ ਥਿਆ ਜਾਂ ਹਿਰਦੈ ਸੁਧਿਆ ਜਾ। ਮਹਾਰਾਜ ਕਹਿੰਦੇ ਭਾਈ ਸਿਰ ਨਵਾਈ ਜਾਂਦੇ ਹੋ ਠੀਕ ਹੈ, ਲੋਕ ਤੁਹਾਨੂੰ ਵੇਖਦੇ ਨੇ ਤੇ ਬੜਾ ਚੰਗਾ ਸਮਝਦੇ ਨੇ ਪਰ ਜਿੰਨਾ ਟਾਈਮ ਤੁਹਾਡੇ ਸਿਰ ਦੇ ਨਾਲ ਨਾਲ ਤੁਹਾਡਾ ਮਨ ਵੀ ਨਹੀਂ ਨਿਭਦਾ ਨਾ ਉਹਨਾਂ ਸਮਾਂ ਤੁਸੀਂ ਪ੍ਰਵਾਨ ਨਹੀਂ। ਸਤਿ ਨਾਮ ਕਰ ਬੰਧਨ ਮੋਚੂ। ਮਹਾਰਾਜ ਕਹਿੰਦੇ ਜੋ ਪਰਮੇਸ਼ਰ ਦਾ ਨਾਮ ਹੈ ਇਹ ਬੰਧਨਾਂ ਨੂੰ ਕੱਟਣ ਵਾਲਾ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਮਨ ਮਲੀਨ ਹਨ ਤੇ ਤਨ ਧੋਤੇ ਨੇ ਮਹਾਰਾਜ ਕਹਿੰਦੇ ਪਖੰਡ ਕਰਦੇ ਨੇ। ਤੇ ਐਸੇ ਪਖੰਡੀ ਲੋਕ ਜਮਾਂ ਦੇ ਭਾਰੀ ਡੰਗ ਸਹਿੰਦੇ ਨੇ ਜੀ। ਮਹਾਰਾਜ ਕਹਿੰਦੇ ਇਹਨਾਂ ਦਾ ਜੀਵਨ ਤਾਂ ਏਦਾਂ ਹੈ ਜਿਵੇਂ ਮੋਰ ਹੁੰਦਾ ਹੈ ਨਾ, ਮੋਰ ਦਾ ਰੰਗ ਬੜਾ ਸੋਹਣਾ ਹੁੰਦਾ, ਖੰਭ ਬੜੇ ਸੋਹਣੇ ਹੁੰਦੇ ਨੇ ਤੇ ਜਦੋਂ ਮੋਰ ਬੋਲਦਾ ਹੈ ਤੇ ਉਹਦੀ ਆਵਾਜ਼ ਵੀ ਬੜੀ ਸੁੰਦਰ ਕੂਕਾਂ ਪਾਉਂਦਾ ਹੈ। ਮਹਾਰਾਜ ਕਹਿੰਦੇ ਪਰ ਉਹਦੀ ਇੱਕ ਆਦਤ ਮਾੜੀ ਹੈ, ਚੁਣ ਚੁਣ ਕੇ ਕੀੜੇ ਖਾਂਦਾ, ਚੁਣ ਚੁਣ ਕੇ ਕੀੜੇ ਮਕੌੜੇ ਖਾਂਦਾ ਹੈ। ਮਹਾਰਾਜ ਕਹਿੰਦੇ ਇਵੇਂ ਹੀ ਕਲਯੁਗ ਸਮੇਂ ਦੇ ਲੋਕ ਨੇ, ਏਦਾਂ ਹੀ ਮੋਰ ਵਾਂਗ ਪਖੰਡ ਕਰਦੇ ਨੇ। ਮਹਾਰਾਜ ਕਹਿੰਦੇ ਕਾਮ ਰੂਪੀ, ਕ੍ਰੋਧ ਰੂਪੀ, ਲੋਭ ਰੂਪੀ, ਲਾਲਚ ਆਦਿਕ ਜਿੰਨੇ ਵੀ ਵਿਕਾਰ ਹੈ ਨਾ, ਵਿਕਾਰਾਂ ਰੂਪੀ ਇਹ ਸਾਰਾ ਦਿਨ ਕੀੜੇ ਖਾਂਦੇ ਨੇ। ਮਹਾਰਾਜ ਕਹਿੰਦੇ ਜਿਹੜਾ ਹੰਕਾਰ ਹੈ ਉਹ ਤਾਂ ਗਿਣਿਆ ਬਣਿਆ ਨਹੀਂ ਜਾਂਦਾ, ਇਹਨਾਂ ਅੰਦਰ ਕਿੰਨਾ ਹੈ। ਮਹਾਰਾਜ ਕਹਿੰਦੇ ਮੋਰ ਵਾਂਗ ਜਿਹੜੇ ਧਰਮ ਦੇ ਲਿਬਾਸ ਨੇ ਉਹ ਬੜੇ ਸੁੰਦਰ ਪਹਿਨੇ ਹੋਏ। ਧਰਮ ਦੇ ਜੋ ਲਿਬਾਸ ਹਨ
ਉਹ ਤਾਂ ਮੋਰ ਵਾਂਗ ਬੜੇ ਸੁੰਦਰ ਪਹਿਰਾਵੇ ਬਣਾਏ ਨੇ, ਪਰ ਮੋਰ ਵਾਂਗ ਇਹ ਮਿੱਠੇ ਬੋਲ ਵੀ ਬੋਲ ਲੈਂਦੇ ਨੇ। ਤੇ ਮਹਾਰਾਜ ਕਹਿੰਦੇ ਮਿੱਠੇ ਬੋਲ ਕਿਸੇ ਨੂੰ ਠੱਗਣ ਵਾਸਤੇ, ਮਹਾਰਾਜ ਕਹਿੰਦੇ ਕਿਸੇ ਨਾਲ ਧੋਖਾ ਕਰਨ ਵਾਸਤੇ ਐਸੇ ਮਿੱਠੇ ਬੋਲ ਬੋਲਦੇ ਨੇ ਮੋਰ ਵਾਂਗ, ਪਰ ਅੰਦਰ ਹੀ ਅੰਦਰ ਜਿਵੇਂ ਮੋਰ ਕੀੜੇ ਮਕੌੜੇ ਖਾਂਦਾ ਹੈ ਨਾ, ਇਹ ਵਿਕਾਰਾਂ ਰੂਪੀ ਕੀੜੇ ਮਕੌੜੇ ਖਾਂਦੇ ਨੇ। ਸਤਿਗੁਰੂ ਜੀ ਕਹਿੰਦੇ ਐਸੇ ਜਿਹੜੇ ਪਖੰਡੀ ਲੋਕ ਨੇ, ਮਹਾਰਾਜ ਕਹਿੰਦੇ ਜਮਾਂ ਦਾ ਦੰਡ ਸਹਿਣਗੇ ਜੀ। ਪਾਏ ਨਰਕ ਮਹਿ ਕਸ਼ਟ ਵਿਸਾਲਾ, ਮਹਾਰਾਜ ਕਹਿੰਦੇ ਨਰਕਾਂ ਵਿੱਚ ਜਾ ਕੇ ਭਾਰੀ ਦੁੱਖ ਪਾਉਣਗੇ। ਮਹਾਰਾਜ ਕਹਿੰਦੇ ਜਦੋਂ ਜਮਾਂ ਦੇ ਜਾਲ ਵਿੱਚ ਫਸ ਜਾਣਗੇ, ਫਿਰ ਮੱਥੇ ਤੇ ਹੱਥ ਮਾਰ ਕੇ ਪਛਤਾਵਾ ਹੋਵੇਗਾ। ਮਿਲਹਿ ਵਡਿਆਈ ਨਾਮ ਤੇ, ਮਹਾਰਾਜ ਕਹਿੰਦੇ ਦਾਤਾ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇ। ਇੱਕੋ ਪਰਮੇਸ਼ਰ ਦਾ ਨਾਮ ਹੈ ਜਿਸ ਦੇ ਵਿੱਚੋਂ ਸਾਰੀਆਂ ਵਡਿਆਈਆਂ ਪ੍ਰਾਪਤ ਹੁੰਦੀਆਂ ਨੇ। ਇਸ ਉੱਪਰ ਨਹੀਂ ਔਰ, ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜਿੰਨੇ ਮਰਜ਼ੀ ਕਰਮ ਕਾਂਡ ਭਾਈ ਕਰੀ ਜਾਓ, ਇੱਕ ਵੀ ਪ੍ਰਵਾਨ ਨਹੀਂ। ਸਭ ਤੋਂ ਉੱਚਾ ਪਰਮੇਸ਼ਰ ਦਾ ਨਾਮ ਹੈ। ਮਹਾਰਾਜ ਕਹਿੰਦੇ ਉਸ ਸਿੱਖ ਤਾਈਂ ਪਰਮੇਸ਼ਰ ਉਲਾਂਭੇ ਦੇਵੇਗਾ। ਮਹਾਰਾਜ ਕਹਿੰਦੇ ਜਿਹੜੇ ਆਪਣੇ ਪੂਰੇ ਗੁਰੂ ਨੂੰ ਛੱਡ ਕਰਕੇ ਥਾਂ ਥਾਂ ਤੇ ਜਾ ਕਰਕੇ ਹੱਥ ਵਿਖਾਉਂਦੇ ਨੇ, ਪੁੱਛਾਂ ਲੈਂਦੇ ਨੇ, ਕਬਰਾਂ ਪੂਜਦੇ ਨੇ, ਤੇਲ ਚੜਾਉਂਦੇ ਨੇ, ਮਹਾਰਾਜ ਕਹਿੰਦੇ ਭਾਈ ਇਹਨਾਂ ਦੇ ਨਾਲ ਤੁਹਾਨੂੰ ਸੰਸਾਰ ਦੇ ਸੁੱਖ ਤਾਂ ਪ੍ਰਾਪਤ ਹੋ ਸਕਦੇ ਨੇ, ਪਰ ਪਰਲੋਕ ਦੇ ਸੁੱਖ ਪ੍ਰਾਪਤ ਨਹੀਂ ਹੋ ਸਕਦੇ। ਪਰਲੋਕ ਦੇ ਵਿੱਚ ਤੁਹਾਨੂੰ ਨਰਕਾਂ ਵਿੱਚ ਪੈ ਕੇ ਭਾਰੀ ਦੁੱਖ ਸਹਿਣੇ ਪੈਣਗੇ। ਜਬ ਸਤਿਗੁਰ ਅਸ ਬਚਨ ਉਚਾਰੇ, ਇਸ ਪ੍ਰਕਾਰ ਜਦੋਂ ਗੁਰੂ ਨਾਨਕ ਦੇਵ ਜੀਆਂ ਨੇ ਬਚਨ ਕੀਤੇ ਨੇ, ਕੰਬੀ ਲੱਜਤ ਸਭਾ ਮਝਾਰੇ। ਇਹ ਜਿਹੜੇ ਸਤਿਗੁਰਾਂ ਦੀ ਸੰਗਤ ਦੇ ਵਿੱਚ ਪਖੰਡੀ ਲੋਕ ਬੈਠੇ ਸਨ, ਬੜੇ ਸ਼ਰਮਸਾਰ ਹੋਏ ਨੇ। ਪ੍ਰਸ਼ਨ ਕਰੇ ਕਹਿਬਾਨੀ, ਇਸ ਪ੍ਰਕਾਰ ਫਿਰ ਵਿਦਵਾਨ ਪੰਡਤ ਬੋਲੇ ਨੇ, ਇੱਕ ਹੋਰ ਪ੍ਰਸ਼ਨ ਕੀਤਾ ਹੈ। ਉਪਾਸਨਾ ਤੁਮ ਮਨ ਖਾਨੀ, ਕਹਿਣ ਲੱਗੇ ਹੈ ਗੁਰੂ ਨਾਨਕ ਤੁਸੀਂ ਕਿਹਦੀ ਉਪਾਸਨਾ ਕਰਦੇ ਹੋ, ਕਿਹਦੀ ਪੂਜਾ ਕਰਦੇ ਹੋ? ਨਿਰਗੁਣ ਕਹਿ ਸਰਗੁਣ ਕੀ ਸੇਵਾ, ਤੁਸੀਂ ਦੇਹ ਦੀ ਪੂਜਾ ਕਰਦੇ ਹੋ ਜੋ ਸਾਹਮਣੇ ਦਿਸਦਾ ਹੈ, ਜਾਂ ਅਕਾਲ ਪੁਰਖ ਵਾਹਿਗੁਰੂ ਜੋ ਅਲੋਪ ਹੈ ਉਹਦੀ ਪੂਜਾ ਕਰਦੇ ਹੋ? ਕੀ ਕਰੋ ਕਹੋ ਨਿਜ ਭੇਵਾ, ਕਿਹਦੀ ਪੂਜਾ ਕਰਦੇ ਹੋ ਸਾਨੂੰ ਭੇਦ ਦੱਸੋ ਜੀ। ਸ੍ਰੀ ਨਾਨਕ ਬੈਨ ਉਚਾਰੇ, ਇਸ ਪ੍ਰਕਾਰ ਉਹਨਾਂ ਦੇ ਪ੍ਰਸ਼ਨ ਸੁਣ ਕੇ ਮਹਾਰਾਜ ਬੋਲੇ ਨੇ। ਪ੍ਰਿਤਕ ਪ੍ਰਿਤਕ ਦਵੇ ਨਹੀਂ ਵਿਚਾਰੇ, ਮਹਾਰਾਜ ਕਹਿੰਦੇ ਜੋ ਪਰਮੇਸ਼ਰ ਦਾ ਸਰ ਗੁਣ ਔਰ ਨਿਰਗੁਣ ਰੂਪ ਹੈ ਨਾ, ਇਹਨਾਂ ਵਿੱਚ ਕੋਈ ਭੇਦ ਨਹੀਂ। ਭੇਦ ਕੋਈ ਤੋਂ ਪ੍ਰਿਤਕ ਸੇਵਾ, ਮਹਾਰਾਜ ਕਹਿੰਦੇ ਜੇਕਰ ਇਹਨਾਂ ਵਿੱਚ ਭੇਦ ਹੋਵੇਗਾ ਤਾਂ ਫੇਰ ਹੀ ਵੱਖੋ ਵੱਖਰੀ ਹੋਵੇਗੀ। ਪਰ ਸੰਸਾਰ ਦੇ ਲੋਕ ਸੰਗਤ ਜੀ ਭੇਦ ਜਾਣਦੇ, ਜਿਵੇਂ ਰਾਧਾ ਸੁਆਮੀ ਨੇ ਸਾਰਾ ਉਹ ਆਸਰਾ ਗੁਰੂ ਗ੍ਰੰਥ ਸਾਹਿਬ ਦਾ ਲੈਂਦੇ ਨੇ, ਤੇ ਅਖੀਰ ਵਿੱਚ ਇਹ ਕਹਿੰਦੇ ਨੇ ਕਿ ਦੇਹਧਾਰੀ ਗੁਰੂ ਹੋਣਾ ਜ਼ਰੂਰੀ ਹੈ। ਕਿਉਂ? ਕਿਉਂਕਿ ਅਸੀਂ ਕੋਈ ਸਵਾਲ ਕਰੀਏ ਤੇ ਉਹ ਸਾਨੂੰ ਜਵਾਬ ਦੇਵੇ, ਸਾਡੀਆਂ ਮੁਸ਼ਕਲਾਂ ਦਾ ਹੱਲ ਕਰੇ। ਐਸੇ ਹੀ ਲੋਕ ਨੇ, ਕੋਈ ਮੂਰਤੀ ਪੂਜਾ ਕਰ ਰਿਹਾ ਹੈ, ਕੋਈ ਦੇਹ ਪੂਜਾ ਕਰ ਰਿਹਾ ਹੈ, ਪਰ ਅਕਾਲ ਪੁਰਖ ਵਾਹਿਗੁਰੂ ਜੋ ਹਰ ਇੱਕ ਸਰੀਰ ਦੇ ਅੰਦਰ ਬੈਠਾ ਹੈ, ਬੰਦੇ ਨੂੰ ਬੰਦਾ ਚੰਗਾ ਨਹੀਂ ਲੱਗਦਾ, ਬੰਦੇ ਨੂੰ ਬੰਦਾ ਇਸ ਪ੍ਰਕਾਰ ਚੰਗਾ ਨਹੀਂ ਸਮਝਦਾ ਜਿਹਦੇ ਅੰਦਰ ਪਰਮੇਸ਼ਰ ਦਾ ਵਾਸਾ ਹੈ। ਇਸ ਪ੍ਰਕਾਰ ਮਹਾਰਾਜ ਕਹਿੰਦੇ ਇਹਨਾਂ ਵਿੱਚ ਭੇਦ ਨਹੀਂ। ਜੇਕਰ ਭੇਦ ਹੋਵੇਗਾ ਤੇ ਫੇਰ ਹੀ ਵੱਖੋ ਵੱਖਰੀ ਪੂਜਾ ਹੋਵੇਗੀ। ਨਿਰਗੁਣ ਸਰਗੁਣ ਲਖੋ ਅਭੇਵਾ, ਮਹਾਰਾਜ ਕਹਿੰਦੇ ਜਿਹੜਾ ਨਿਰਗੁਣ ਔਰ ਸਰਗੁਣ ਸਰੂਪ ਹੈ ਪਰਮੇਸ਼ਰ ਦਾ, ਜੋ ਦਿਸ ਰਿਹਾ ਹੈ ਔਰ ਜੋ ਨਹੀਂ ਦਿਸਦਾ, ਉਹਨਾਂ ਵਿੱਚ ਕੋਈ ਭੇਦ ਨਹੀਂ। ਜੋ ਦੋਨੋਂ ਮੈਂ ਭੇਦ ਪਛਾਨੇ, ਮਹਾਰਾਜ ਕਹਿੰਦੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਔਰ ਦਸਾਂ ਪਾਤਸ਼ਾਹੀਆਂ ਵਿੱਚ ਭੇਦ ਜਾਣਦੇ ਨੇ, ਮਹਾਰਾਜ ਕਹਿੰਦੇ ਭਾਈ ਉਹ ਮੂਰਖ ਲੋਕ ਨੇ, ਅਣਜਾਣ ਲੋਕ ਨੇ। ਮਹਾਰਾਜ ਕਹਿੰਦੇ ਜਿਹੜਾ ਪਰਮੇਸ਼ਰ ਦਾ ਨਿਰਗੁਣ ਸਰੂਪ ਹੈ ਨਾ, ਉਹ ਤਾਂ ਹਰ ਇੱਕ ਪ੍ਰਾਣੀ ਅੰਦਰ ਪ੍ਰਾਪਤ ਹੈ, ਹਰ ਇੱਕ ਪ੍ਰਾਣੀ ਅੰਦਰ ਬੈਠਾ। ਕਿਸੇ ਪੂਰਨ ਗੁਰਸਿੱਖ ਦੇ ਦਰਸ਼ਨ ਕਰ ਲਈਏ
ਜਾਣ ਲੱਗੋ ਪਰਮੇਸ਼ਰ ਦੇ ਦਰਸ਼ਨ ਕਰ ਲਏ। ਮਹਾਰਾਜ ਕਹਿੰਦੇ ਜਿਹੜਾ ਨਿਰਗੁਣ ਸਰੂਪ ਹੈ ਉਹ ਜਿਹੜੇ ਸੰਸਾਰ ਦੇ ਲੋਕ ਨੇ ਇਹਨਾਂ ਅੰਦਰ ਵਰਤਦਾ ਹੈ। ਤੇ ਜਿਹੜਾ ਸਾਰਾ ਸੰਸਾਰ ਨਜ਼ਰ ਆਉਂਦਾ ਹੈ ਇਹ ਸਾਰਾ ਹੀ ਨਿਰਗੁਣ ਸਰੂਪ ਹੈ। ਮਹਾਰਾਜ ਕਹਿੰਦੇ ਜਿਹਨੇ ਇਸ ਪਹਾੜ ਦੇ ਉੱਪਰ ਆ ਕੇ ਖੇਡਾਂ ਖੇਡੀਆਂ ਨੇ, ਸਮੇਂ ਦੇ ਅਵਤਾਰ ਹੋਏ ਨੇ। ਮਹਾਰਾਜ ਕਹਿੰਦੇ ਜਿਵੇਂ ਸ਼੍ਰੀ ਕ੍ਰਿਸ਼ਨ ਜੀ, ਜਿਵੇਂ ਸ਼੍ਰੀ ਰਾਮਚੰਦਰ ਜੀ ਔਰ ਹਜ਼ਰਤ ਮੁਹੰਮਦ ਜੀ ਆਦਿ 10 ਪਾਤਸ਼ਾਹਾਂ, ਇਹ ਸਾਰੇ ਹੀ ਕਵੀ ਜੀ ਕਹਿੰਦੇ ਪਰਮੇਸ਼ਰ ਦਾ ਸਰਗੁਣ ਸਰੂਪ ਹੋਏ ਨੇ। ਮਹਾਰਾਜ ਕਹਿੰਦੇ ਭਾਈ ਇਸ ਇਲਾਕੇ ਵਿੱਚ ਸ਼੍ਰੀ ਕ੍ਰਿਸ਼ਨ ਦਾ ਅਵਤਾਰ ਹੋਇਆ ਹੈ, ਜਿਨ੍ਹਾਂ ਨੇ ਆਪਣੇ ਸਮੇਂ ਦੇ ਧਰਤੀ ਦੇ ਸਾਰੇ ਦੁੱਖ ਕੱਟੇ ਸਨ। ਮਹਾਰਾਜ ਕਹਿੰਦੇ ਭਾਈ ਉਹਦੀ ਜੀਵਨ ਲੀਲਾ ਆਪਣੇ ਹਿਰਦੇ ਅੰਦਰ ਧਾਰਨ ਕਰੋ ਤੇ ਆਪ ਦੀ ਆਤਮਾ ਸ਼੍ਰੀ ਕ੍ਰਿਸ਼ਨ ਜੀ ਵਾਂਗ ਸ਼ੁੱਧ ਰੱਖੋ। ਜਿਹੜੇ ਕਪਟਸ਼ਾਲਾ ਹਨ ਇਹ ਨਿਵਾਰ ਦੇਵੋ, ਛੱਡ ਦੇਵੋ। ਮਹਾਰਾਜ ਕਹਿੰਦੇ ਜੇਕਰ ਕਰਮ ਕਾਂਡਾਂ ਵਿੱਚ ਪਾਏ ਰਹੇ ਆਪਣੇ ਅਵਤਾਰਾਂ ਨੂੰ ਨਾ ਪਹਿਚਾਨਿਆ ਤੇ ਮਹਾਰਾਜ ਕਹਿੰਦੇ ਸੰਸਾਰ ਦੇ ਬੰਧਨਾਂ ਵਿੱਚ ਪੱਕੇ ਵੱਜ ਜਾਵੋਗੇ। ਮਹਾਰਾਜ ਕਹਿੰਦੇ ਜੇਕਰ ਛੁੱਟਣਾ ਚਾਹੁੰਦੇ ਹੋ ਤੇ ਫਿਰ ਪਰਮੇਸ਼ਰ ਦਾ ਨਾਮ ਜਪੋ ਜੀ। ਇਹ ਜਿਹੜੇ ਲੋਕ ਪਾਪ ਕਮਾਉਂਦੇ ਨੇ ਇਸ ਪ੍ਰਕਾਰ ਅੰਤ ਦੇ ਸਮੇਂ ਦੁੱਖ ਪਾਉਂਦੇ ਨੇ। ਮਹਾਰਾਜ ਕਹਿੰਦੇ ਪਰਮੇਸ਼ਰ ਦਾ ਨਾਮ ਜਪੋ ਜਿਹੜਾ ਅੰਤ ਦੇ ਸਮੇਂ ਸਹਾਈ ਹੋਣਾ ਹੈ। ਮਹਾਰਾਜ ਕਹਿੰਦੇ ਕਲਯੁਗ ਦੇ ਸਮੇਂ ਅੰਦਰ ਤਾਂ ਪਰਮੇਸ਼ਰ ਦਾ ਨਾਮ ਹੀ ਪ੍ਰਧਾਨ ਹੈ। ਵੱਖੋ ਵੱਖੀਆਂ ਯੁਗਾਂ ਦੇ ਅੰਦਰ ਕਿਤੇ ਪੂਜਾ ਇਸ ਪ੍ਰਕਾਰ ਪ੍ਰਧਾਨ ਸੀ, ਕਿਤੇ ਜਗ ਪ੍ਰਧਾਨ ਸੀ, ਕਿਤੇ ਦਾਨ ਪੁੰਨ ਪ੍ਰਧਾਨ ਸੀ, ਪਰ ਕਲਯੁਗ ਦੇ ਸਮੇਂ ਅੰਦਰ ਕਲਯੁਗ ਮਹਿ ਕੀਰਤਨ ਪ੍ਰਧਾਨ, ਪਰਮੇਸ਼ਰ ਦਾ ਨਾਮ ਹੀ ਪ੍ਰਧਾਨ ਹੈ। ਮਹਾਰਾਜ ਕਹਿੰਦੇ ਭਾਈ ਇਹਦੇ ਬਰਾਬਰ ਹੋਰ ਜਿੰਨੇ ਵੀ ਜਗ ਪੂਜਾ ਭੰਡਾਰੇ ਆਦਿ ਹਨ ਇਹਦੇ ਬਰਾਬਰ ਨਹੀਂ ਆਉਂਦੇ। ਮਹਾਰਾਜ ਕਹਿੰਦੇ ਹੈ ਧਰਮ ਦੇ ਲੋਕੋ ਭਗਤੀ ਕਰੋ ਤੇ ਸੁਖ ਪਾਵੋਗੇ। ਜੇਕਰ ਪਖੰਡ ਕਮਾਵੋਗੇ ਤੇ ਔਖੇ ਦੁਖੀ ਹੋਵੋਗੇ। ਇਸ ਪ੍ਰਕਾਰ ਜਦੋਂ ਕਬਰ ਸ਼੍ਰੀ ਕੇ ਮੁਖ ਤੋਂ ਗੁਰੂ ਨਾਨਕ ਦੇਵ ਜੀਆਂ ਦੇ ਤੋਂ ਮੁਕਤੀ ਵਾਲੇ ਜਦੋਂ ਵਚਨ ਸੁਣੇ ਨੇ, ਇਸ ਪ੍ਰਕਾਰ ਜਿਨ੍ਹਾਂ ਨੇ ਉਪਦੇਸ਼ ਇਕਾਗਰ ਮਨ ਹੋ ਕਰਕੇ ਸੁਣਿਆ ਹੈ ਉਹਨਾਂ ਦੇ ਹਿਰਦੇ ਅੰਦਰ ਸਾਰਾ ਗਿਆਨ ਪੈਦਾ ਹੋਇਆ, ਹਿਰਦੇ ਸ਼ੁੱਧ ਹੋਏ ਤੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ। ਸਤਿਗੁਰਾਂ ਤੋਂ ਸਿੱਖਿਆ ਲੈ ਕਰਕੇ ਉਹਨਾਂ ਦੇ ਮਨਾਂ ਦੇ ਅੰਦਰ ਚੈਨ ਆਈ, ਉਹਨਾਂ ਦੇ ਮਨਾਂ ਦੇ ਅੰਦਰ ਤਬਦੀਲੀ ਆਈ ਹੈ। ਕਰਮ ਕਾਂਡਾਂ ਨੂੰ ਛੱਡ ਕਰਕੇ ਜਿਸ ਧਰਮ ਦੇ ਵਿੱਚ ਪੈਦਾ ਹੋਏ ਨੇ ਉਸੇ ਧਰਮ ਦੀ ਉਪਾਸਨਾ ਕਰਦੇ ਨੇ। ਸਿੱਖ ਆਪਣੇ ਗੁਰੂ ਦੇ ਲੜ ਲੱਗੇ ਨੇ, ਹਿੰਦੂ ਵੀਰ ਆਪਣੇ ਭਗਵਾਨਾਂ ਦੇ ਨਾਲ, ਇਸਲਾਮ ਵੀਰ ਆਪਣੇ ਪੈਗੰਬਰਾਂ ਦੇ ਨਾਲ ਲੱਗਦੇ ਨੇ। ਇਸ ਪ੍ਰਕਾਰ ਸਤਿਗੁਰਾਂ ਨੇ ਉਸ ਧਰਤੀ ਦੇ ਪਹਾੜ ਦੇ ਉੱਪਰ ਬੈਠ ਕਰਕੇ ਜਿੱਥੇ ਕ੍ਰਿਸ਼ਨ ਜੀਆਂ ਦਾ ਅਵਤਾਰ ਹੋਇਆ ਸੀ, ਮਹਾਰਾਜ ਜੀਆਂ ਨੇ ਉੱਥੇ ਉਪਦੇਸ਼ ਬਖਸ਼ਿਆ ਹੈ। ਇੱਥੋਂ ਤੱਕ ਅੱਜ ਦੀ ਕਥਾ ਵਿਚਾਰ ਆਈ ਹੈ। ਕੱਲ੍ਹ ਨੂੰ ਹੋਰ ਸਵਾਲ ਜਵਾਬ ਕਰਨਗੇ। ਕੱਲ੍ਹ ਦੀਆਂ ਕਥਾ ਵਿਚਾਰਾਂ ਦੇ ਵਿੱਚ ਸਰਵਣ ਕਰਾਂਗੇ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਗੁਰੂ ਘਰ ਅਤੇ ਰਸ ਗੁਰੂ ਦਾ ਸ਼ਬਦ ਜਪ ਕੇ ਹਿਰਦਿਆਂ ਵਿੱਚ ਵਸਾਉਣਾ ਤਾਂ ਜੋ ਸਾਡਾ ਲੋਕ ਅਤੇ ਪਰਲੋਕ ਸਵਰ ਸਕੇ। ਆਓ ਆਨੰਦ ਸਾਹਿਬ ਦੀ ਗੁਰਬਾਣੀ ਨਾਲ ਜੁੜੀਏ, ਸਮਾਪਤੀ ਕਰੀਏ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿਜ ਸਿੱਧੀ ਮਨ ਵਚੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆ। ਸ਼ਬਦੋ ਦਾ ਗਾਵ ਹਰੀ ਕੇਰਾ ਮਨ ਜਿਨੀ ਬਸਾਇਆ। ਆਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਤੇਰੇ ਮਨ ਮੇਰਿਆ ਤੂੰ ਸਦਾ
ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਿਆ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਆ ਮਨ ਵਿਸਾਰੇ ਕਾਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੋਜੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਤੇ ਹੈ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕਾ ਮਨ ਵਸਿਆ ਬਾਜੇ ਸਬਦ ਕਨੇਰੇ ਕਾਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਤ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਪਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਬੁਝਾਈਆਂ ਸਦਾ ਕੁਰਬਾਨ ਕੀਤਾ ਗੁਰ ਬਿਟਾਓ ਜਿਸ ਦੀਆਂ ਇਹ ਵਡਿਆਈਆਂ ਕਾਹੈ ਨਾਨਕ ਸੁਣੋ ਸੰਤੋ ਸ਼ਬਦ ਧਰਮ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਤ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਧ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਾਹੈ ਨਾਨਕ ਤੈ ਸੁਖ ਹੋ ਅੰਤ ਕਰ ਅਨਹਦ ਵਾਜੇ ਆਨੰਦ ਸਮਾਹ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਹਰ ਬ੍ਰਹਮ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਭ ਸੇ ਪੂਰੇ ਬੁੱਧ ਜਾਨੀ ਸੁਣਤੇ ਪੁਨੀਤ ਕਹਨੇ ਪਵਿੱਤ ਸਤ ਗੁਰ ਰਹਿਆ ਭਰਪੂਰੇ ਬਿਨ ਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਟੂਟੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵ ਸਰਾਬ ਦੋਇ ਲਾਈ ਦਾਇਆ ਖੇਡੈ ਸਗਲ ਜਗਤ ਆਇਆ ਗੁਰਿਆਇਆ ਵਾਜੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਸੰਕਟ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਸ਼ੁਭੀ ਨਾਲ ਜਿਨੀ ਨਾਮ ਤੇ ਆਇਆ ਗਏ ਸੰਕਟ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਸ਼ੁਭੀ ਨਾਲ